ਮੁਬਾਰਕ ਹੁਕਮ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਿਓ ਜੀ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਾਰੇ ਪਿਆਰ ਨਾਲ ਹਾਜ਼ਰੀ ਲਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮੁੱਖ ਵਾਕ ਧਨਾਸਰੀ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਦੇ ਵਿੱਚੋਂ ਭਗਤ ਪੀਪਾ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੁਬਾਰਕ ਅੰਗ 695 ਦੇ ਉੱਪਰ ਸੁਭਾਇਮਾਨ ਹੈ। ਪੀਪਾ ਭਗਤ ਜੀ ਦਾ ਨਾਮ ਹੈ। ਰਹਾਉ ਦੀਆਂ ਪੰਕਤੀਆਂ ਨੇ ਕਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ, ਨਾ ਕਛ ਆਏਬੋ ਨਾ ਕਛ ਜਾਏਬੋ, ਰਾਮ ਕੀ ਦੁਹਾਈ। ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ ਅੱਜ ਦੇ ਮੁੱਖ ਵਾਕ ਦੇ ਵਿੱਚ ਮਨੁੱਖੀ ਸਰੀਰ ਦੇ ਬਾਰੇ ਕਿ ਮਨੁੱਖੀ ਸਰੀਰ ਹੈ, ਇਹ ਜਿਹੜੀ ਦੇਹ, ਇਹ ਜਿਹੜੀ ਕਾਇਆ ਸਾਨੂੰ ਮਿਲੀ ਹੈ, ਇਸ ਦੇ ਵਿੱਚ ਕਰਨਾ ਕੀ ਹੈ। ਕਿਉਂਕਿ ਦੁਨਿਆਵੀ ਕੰਮ ਕਾਰਜ ਤਾਂ ਬਹੁਤ ਕੀਤੇ ਜਾ ਰਹੇ ਨੇ, ਪਰ ਕਿਤੇ ਨਾ ਕਿਤੇ ਜਿਹੜੀ ਗੱਲ ਪਰਮਾਤਮਾ ਦੇ ਨਾਮ ਰੂਪੀ ਖਜ਼ਾਨੇ ਦੀ ਹੈ, ਪਰਮਾਤਮਾ ਦੇ ਨਾਮ ਰੂਪੀ ਧਨ ਦੀ ਗੱਲ ਹੈ, ਉਹਨੂੰ ਵਿਹਾਜਿਆ ਨਹੀਂ ਜਾ ਰਿਹਾ, ਉਹਨੂੰ ਇਕੱਤਰ ਨਹੀਂ ਕੀਤਾ ਜਾ ਰਿਹਾ, ਉਹਨੂੰ ਇਕੱਠਾ ਨਹੀਂ ਕੀਤਾ ਜਾ ਰਿਹਾ। ਤੇ ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਭਗਤ ਜੀ ਇਹੀ ਸਮਝਾ ਰਹੇ ਨੇ ਕਿ ਇਸ ਮਨੁੱਖੀ ਸਰੀਰ ਦੇ ਅੰਦਰ ਉਸ ਮਾਲਕ ਪਰਮਾਤਮਾ ਜੀ ਨੂੰ ਖੋਜਣਾ ਕਿਵੇਂ ਹੈ। ਹੁਣ ਸਤਿਗੁਰੂ ਕਹਿੰਦੇ ਕਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ। ਕਹਿੰਦੇ ਬਾਹਰੀ ਤੌਰ ਤੇ ਜਿੱਥੇ ਧਰਤੀਆਂ ਖੋਜੀਆਂ ਸੀ, ਦੇਸ਼ ਦਸ਼ਾਂਤਰ ਖੋਜੇ ਸੀ, ਫਿਰ ਕੇ ਵੇਖਿਆ ਸੀ, ਉੱਥੇ ਮੈਨੂੰ ਕੁਝ ਵੀ ਨਾ ਲੱਭਿਆ। ਜੇਕਰ ਲੱਭਿਆ ਤੇ ਉਹ ਕਾਇਆ ਰੂਪੀ ਇਸ ਬ੍ਰਹਿਮੰਡ ਦੇ ਵਿੱਚੋਂ ਸਾਰਾ ਕੁਝ ਮਿਲ ਗਿਆ। ਨਵ ਨਿਧ ਪਾਈ, 9 ਨਿਧੀਆਂ ਸੀ ਜਿਹੜੀਆਂ ਨਾਮ ਰੂਪੀ 9 ਨਿਧੀ, ਉਹ ਮੈਂ ਇਸ ਸਰੀਰ ਦੇ ਵਿੱਚ ਹੀ ਰਹਿ ਕੇ ਪਾ ਲਈ ਹੈ, ਇਸ ਤੋਂ ਬਾਹਰ ਨਹੀਂ। ਕਿਉਂਕਿ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ। ਇਹ ਵਾਰੀ ਹੈ ਉਸ ਪਰਮਾਤਮਾ ਨੂੰ ਮਿਲਣ ਦੀ। ਸਿਰਫ ਇਸ ਮਨੁੱਖਾ ਦੇਹੀ ਦੇ ਵਿੱਚ ਰਹਿ ਕੇ ਹੀ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ। ਪਹਿਲਾਂ ਹੀ ਪਤਾ ਨਹੀਂ ਕਿੰਨੇ ਕੁ ਸਮੇਂ ਬਾਅਦ ਇਹ ਮਨੁੱਖਾ ਦੇਹੀ ਮਿਲੀ ਹੈ। ਚਿਰੰਕਾਲ, ਚਿਰੰਕਾਲ ਕਹਿੰਦੇ ਨੇ ਲੰਮਾ ਸਮਾਂ, ਬੜੇ ਚਿਰਾਂ ਬਾਅਦ। ਉਹਦੀ ਕੋਈ ਗਿਣਤੀ ਨਹੀਂ, ਕੋਈ ਮਿਣਤੀ ਨਹੀਂ। ਕੋਈ ਲੱਖਾਂ ਸਾਲ ਪਹਿਲੇ, ਕੋਈ ਕਰੋੜਾਂ ਸਾਲ ਪਹਿਲੇ, ਕੋਈ ਅਰਬਾਂ ਖਰਬਾਂ ਸਾਲ ਪਹਿਲੇ, ਜਿਹਦਾ ਅਰਥ ਬਹੁਤਾਤ ਹੈ, ਵੀ ਗਿਣਤੀ ਤੋਂ ਬਾਹਰ ਹੈ। ਚਿਰੰਕਾਲ ਇਹ ਦੇਹ ਸੰਜਰੀਆ, ਇਹ ਦੇਹੀ ਆ ਜਿਹੜੀ ਉਸ ਮਾਲਕ ਪਰਮਾਤਮਾ ਨੇ ਬਖਸ਼ਿਸ਼ ਕਰਕੇ, ਮਿਹਰ ਕਰਕੇ ਇਹ ਸਾਨੂੰ ਪ੍ਰਾਪਤ ਹੋਈ ਹੈ, ਦਿੱਤੀ ਹੈ ਉਸ ਦਾਤੇ ਨੇ ਤੁਰਠ ਕੇ। ਤੇ ਇਸ ਦੇਹੀ ਦੇ ਵਿੱਚ ਕਰਨਾ ਕੀ ਹੈ? ਮਿਲ ਜਗਦੀਸ਼ ਮਿਲਣ ਕੀ ਵਰੀਆ। ਇਸ ਦੇਹੀ ਦੇ ਵਿੱਚ ਰਹਿੰਦਿਆਂ ਹੋਇਆਂ, ਮਨੁੱਖਾ ਜਨਮ ਦੇ ਵਿੱਚ ਰਹਿੰਦਿਆਂ ਹੋਇਆਂ ਉਸ ਮਾਲਕ ਪਰਮਾਤਮਾ ਨੂੰ ਮਿਲਣਾ ਹੈ, ਉਸ ਮਾਲਕ ਪਰਮਾਤਮਾ ਜੀ ਨੂੰ ਪਾਉਣਾ ਹੈ। ਉਸ ਮਾਲਕ ਪਰਮਾਤਮਾ ਨਾਮ ਰੂਪੀ ਧਨ ਹੈ ਜਿਹੜਾ, ਉਹ ਇਕੱਤਰਤ ਕਰਨਾ, ਇਕੱਠਾ ਕਰਨਾ ਹੈ ਇਸ ਸਰੀਰ ਦੇ ਅੰਦਰ, ਤਾਂ ਕਿ ਇਸ ਸਰੀਰ ਦੇ ਵਿੱਚੋਂ ਉਹ ਦਾਤਾਂ ਨੇ ਜਿਹੜੀਆਂ ਪਰਮਾਤਮਾ ਦੇ ਨਾਮ ਰੂਪੀ, ਉਹ ਸਭਨਾਂ ਨੂੰ ਮਿਲ ਜਾਣ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵੀ ਬਖਸ਼ਿਸ਼ ਕਰਦੇ ਹਨ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਨੇਕ ਜਨਮ ਬਹੁ ਜੋਨੀ ਭਰਮਿਆ, ਬਹੁਰ ਬਹੁਰ ਦੁੱਖ ਪਾਇਆ। ਕਹਿੰਦੇ ਅਨੇਕਾਂ ਹੀ ਜਨਮਾਂ ਦੇ ਅੰਦਰ, ਬਹੁਤ ਜੋਨੀਆਂ ਦੇ ਵਿੱਚ ਮੈਂ ਭਰਮਿਆ ਹਾਂ, ਬਹੁਤ ਜੂਨਾਂ ਦੇ ਵਿੱਚ ਮੈਂ ਭਰਮਿਆ ਹਾਂ। ਬਹੁਤ ਅਲੱਗ ਅਲੱਗ ਜੀਵ ਜੰਤਾਂ, ਜਾਨਵਰਾਂ, ਪਸ਼ੂਆਂ, ਪੰਛੀਆਂ ਦੇ ਗਰਭ ਦੇ ਵਿੱਚ ਵਾਸਾ ਲੈ ਕੇ ਇਸ ਧਰਤੀ ਦੇ ਉੱਤੇ ਮੈਂ ਜੂਨੀਆਂ ਭ੍ਰਮਣ ਕੀਤੀਆਂ ਨੇ। ਇਸ ਸੰਸਾਰ ਦੇ ਵਿੱਚ ਬਹੁਤ ਜਨਮ ਹੰਢਾਏ ਨੇ, ਪਰ ਇਹ ਪਾਤਸ਼ਾਹ ਜੀ ਉੱਥੇ ਕੁਛ ਵੀ ਨਾ ਮਿਲਿਆ, ਸਿਰਫ ਦੁੱਖ ਹੀ ਦੁੱਖ ਸੀ। ਬਹੁਰ ਬਹੁਰ ਦੁੱਖ ਪਾਇਆ। ਬਾਰ ਬਾਰ ਜੂਨਾਂ ਦੇ ਵਿੱਚ ਆਉਣ ਤੇ ਕੀ ਮਿਲਿਆ? ਸਿਰਫ ਦੁੱਖ ਮਿਲਿਆ। ਪਾਰ ਲੰਘਣ ਦੇ ਲਈ ਕੋਈ ਵੀ ਐਸੀ ਦੇਹੀ ਨਾ ਮਿਲ ਸਕੀ ਜਿਸ ਦੇ ਰਾਹੀਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਾਂ, ਕਿਉਂਕਿ ਗੱਲ ਤਾਂ ਇਸ ਤੋਂ ਪਾਰ ਲੰਘਣ ਦੀ ਹੈ ਨਾ। ਸਤਿਗੁਰੂ ਕਹਿੰਦੇ ਸਰੰਜਾਮ ਲਾਗ ਭਵਜਲ ਤਰਨ ਕੇ, ਕਹਿੰਦੇ ਇੰਤਜ਼ਾਮ ਕਰ ਇਸ ਸੰਸਾਰ ਰੂਪੀ ਸਾਗਰ, ਸੰਸਾਰ ਨੂੰ ਪਾਰ ਲੰਘਣ ਦੇ ਲਈ। ਤੇ ਉਹਦੇ ਲਈ ਕਰਨਾ ਕੀ ਪਵੇਗਾ? ਪਰਮਾਤਮਾ ਦੇ ਨਾਲ ਜੁੜਨਾ ਪਵੇਗਾ, ਨਾਮ ਜਪਣਾ ਪਵੇਗਾ, ਇੰਤਜ਼ਾਮ ਕਰਨਾ ਪਵੇਗਾ। ਜਿਵੇਂ ਅਸੀਂ ਵਾਂਢੇ ਜਾਣ ਦੇ ਲਈ, ਕਿਤੇ ਦੂਰ ਜਾਣ ਦੇ ਲਈ, ਕਿਤੇ ਰਿਸ਼ਤੇਦਾਰੀ ਦੇ ਵਿੱਚ ਜਾਣ ਦੇ ਲਈ ਘਰ ਤੋਂ ਚੱਲਣ ਲੱਗੇ ਕੁਝ ਧਨ ਨਾਲ ਲੈ ਕੇ ਚੱਲਦੇ ਆ ਨਾ, ਖਰਚੇ ਦੇ ਲਈ, ਕਿ ਰਸਤੇ ਦੇ ਵਿੱਚ ਕੁਝ ਖਰੀਦਣਾ ਵੀ ਪਵੇਗਾ, ਕੁਝ ਖਾਣ ਦੇ ਲਈ, ਕੁਝ ਪੀਣ ਦੇ ਲਈ, ਕੁਝ ਪਹਿਨਣ ਦੇ ਲਈ, ਆਉਣ ਜਾਣ ਦੇ ਕਿਰਾਏ ਦੇ ਲਈ ਸਾਨੂੰ ਧਨ ਲੈਣਾ ਪੈਂਦਾ ਨਾਲ। ਉਵੇਂ ਹੀ ਪਰਮਾਤਮਾ ਅਕਾਲ ਪੁਰਖ ਜੀ ਨੇ ਜਦੋਂ ਉਸ ਦਰ ਤੋਂ ਮਨੁੱਖਾ ਜਨਮ ਦਾ ਜਿਹੜਾ ਸਫ਼ਰ ਸ਼ੁਰੂ ਹੋਇਆ ਨਾ, ਤਾਂ ਪਾਤਸ਼ਾਹ ਜੀ ਨੇ ਇੱਕ ਉਹਦੇ ਵਿੱਚ ਦਾਤ ਬਖਸ਼ੀ, ਧਨ ਬਖਸ਼ਿਆ। ਉਹ ਸੀ ਸਵਾਸਾਂ ਦਾ ਧਨ, ਜਿਹੜਾ ਪਰਮਾਤਮਾ ਨੇ ਆਪਣੇ ਘਰੋਂ ਬਖਸ਼ਿਆ ਏ। ਬਾਕੀ ਧਨ ਅਸੀਂ ਇੱਥੇ ਆ ਕੇ ਇਕੱਠਾ ਕਰਦੇ ਹਾਂ, ਦੁਨਿਆਵੀ ਧਨ ਪਦਾਰਥ ਇਹ ਤੋਂ ਇਕੱਠਾ ਕਰਦੇ ਹਾਂ। ਤੇ ਜਿਹੜਾ ਮਾਲਕ ਪਰਮਾਤਮਾ ਦਾ ਸਵਾਸਾਂ ਰੂਪੀ ਧਨ ਸਾਨੂੰ ਮਿਲਿਆ, ਉਸ ਸਵਾਸਾਂ ਰੂਪੀ ਧਨ ਦੇ ਨਾਲ, ਪੂੰਜੀ ਦੇ ਨਾਲ, ਰਾਸ ਦੇ ਨਾਲ ਅਸੀਂ ਇੱਥੇ ਪਰਮਾਤਮਾ ਰੂਪੀ ਧਨ, ਨਾਮ ਰੂਪੀ ਧਨ ਹੈ ਜਿਹੜਾ, ਉਹ ਵਿਹਾਜਣਾ ਹੈ, ਖਰੀਦਣਾ ਹੈ। ਉਹਦੇ ਲਈ ਖਰਚ ਕਰਨਾ ਪਵੇਗਾ। ਖਰਚ ਕੀ ਹੈ? ਸਵਾਸਾਂ ਨੂੰ ਖਰਚਣਾ ਪਵੇਗਾ। ਹੁਣ ਕੋਈ ਇਸ ਸਵਾਸਾਂ ਦੇ ਧਨ ਦੇ ਨਾਲ ਕੋਈ ਚੰਗਾ ਖਰੀਦ ਲਵੇ, ਕੋਈ ਮਾੜਾ ਖਰੀਦ ਲਵੇ। ਮਨੁੱਖ ਦੀ ਬਿਰਤੀ ਹੈ ਨਾ, ਮਨੁੱਖ ਦੀ ਸੋਚ ਹੈ। ਉਸ ਧਨ ਦੇ ਨਾਲ ਜਿਹੜਾ ਉਹਦੇ ਕੋਲ ਹੈ, ਉਹਦੇ ਨਾਲ ਉਹ ਚੰਗੇ ਫਲ ਫਰੂਟ ਖਰੀਦ ਲਵੇ, ਤੇ ਉਸੇ ਧਨ ਦੇ ਨਾਲ ਜਿਹੜਾ ਮਨੁੱਖ ਦੇ ਕੋਲ ਹੈ, ਉਹਦੇ ਨਾਲ ਬੇਸ਼ੱਕ ਕੋਈ ਨਸ਼ੇ, ਸ਼ਰਾਬ, ਕੁਝ ਹੋਰ ਤੰਬਾਕੂ ਆਦਿਕ ਜਿਹੜੇ ਸਰੀਰ ਨੂੰ ਨਰਕ ਬਣਾ ਦੇਣ, ਕੋਈ ਉੱਦਾਂ ਦੀਆਂ ਚੀਜ਼ਾਂ ਖਰੀਦ ਲਵੇ, ਕਿਉਂਕਿ ਖਰੀਦਣਾ ਤਾਂ ਪਵੇਗਾ ਉਹਨੂੰ ਕੁਛ ਨਾ ਕੁਛ ਉਹਦੇ ਧਨ ਦੇ ਨਾਲ। ਐਵੇਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾਮ ਰੂਪੀ ਜਿਹੜਾ ਧਨ ਹੈ, ਉਹ ਸਵਾਸਾਂ ਦੇ ਨਾਲ ਹੀ ਖਰੀਦਿਆ ਜਾਣਾ ਹੈ। ਮਨ ਵੇਚੈ ਸਤਿਗੁਰ ਕੈ ਪਾਸ, ਆਪਣੇ ਮਨ ਨੂੰ ਸਤਿਗੁਰੂ ਦੇ ਕੋਲ ਵੇਚ ਕੇ ਸਵਾਸਾਂ ਰੂਪੀ ਧਨ ਦੇ ਨਾਲ ਪਰਮਾਤਮਾ ਖਰੀਦਣਾ ਪਵੇਗਾ, ਨਾਮ ਨੂੰ ਲੈਣਾ ਪਵੇਗਾ, ਜਪਣਾ ਪਵੇਗਾ। ਕਿਉਂਕਿ ਹਰੇਕ ਸਵਾਸ ਦੇ ਨਾਲ ਉਹ ਮਾਲਕ ਪਰਮਾਤਮਾ ਸੰਭਾਲ ਕਰਦਾ, ਤੇ ਸਾਡਾ ਵੀ ਇਹ ਫਰਜ਼ ਹੈ ਕਿ ਅਸੀਂ ਵੀ ਉਸ ਦਾਤੇ ਨੂੰ ਹਰੇਕ ਸਵਾਸ ਦੇ ਨਾਲ ਸੰਭਾਲੀਏ। ਜਿੰਨਾ ਵੀ ਸਮਾਂ ਹੋ ਸਕਦਾ ਓਨਾ ਸਮਾਂ ਘੱਟੋ ਘੱਟ, ਕੋਈ ਜ਼ਰੂਰੀ ਨਹੀਂ। ਪਾਤਸ਼ਾਹ ਜੀ ਬਾਣੀ ਵਿੱਚ ਵੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਜ਼ਰੂਰੀ ਨਹੀਂ ਵੀ ਤੂੰ ਲਗਾਤਾਰ ਹਰ ਦਿਨ, ਹਰ ਸਮੇਂ ਤੂੰ ਇੱਕ ਤਾਰ ਲਗਾਤਾਰ ਸਮਾਧੀ ਲਾ ਕੇ ਬੈਠਾ ਰਵੇਂ। ਕਹਿੰਦੇ ਕੋਈ ਗੱਲ ਨਹੀਂ, ਬੇਸ਼ੱਕ ਤੂੰ ਥੋੜੇ ਤੋਂ ਥੋੜਾ ਸਮਾਂ ਵੀ ਉਸ ਮਾਲਕ ਦੇ ਨਾਲ ਜੁੜ ਜਾ, ਤੇਰਾ ਉਹ ਜੁੜਿਆ ਹੋਇਆ ਵੀ ਪ੍ਰਮਾਣ ਹੈ। ਬਾਕੀ ਦਾ ਕੰਮ ਕਰਨਾ ਹੀ ਨੇ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਚਿੱਤ ਨਿਰੰਜਨ ਨਾਲ ਰੱਖਣਾ। ਹੱਥਾਂ ਪੈਰਾਂ ਨਾਲ ਕੰਮ ਕਰਨ ਨੂੰ ਗੁਰੂ ਪਾਤਸ਼ਾਹ ਨੇ ਮਨਾ ਨਹੀਂ ਕੀਤਾ। ਇਹੀ ਫਰਕ ਸੀ ਨਾਨਕ ਪਾਤਸ਼ਾਹ ਜੀ ਦੇ ਮੁਕੱਦਸ ਬੋਲਾਂ ਦੇ ਵਿੱਚ, ਇਹੀ ਫਰਕ ਸੀ ਨਾਨਕ ਪਾਤਸ਼ਾਹ ਜੀ ਦੇ ਨਿਰਮਲ ਪੰਥ ਦੇ ਵਿੱਚ, ਕਿ ਦੂਜਿਆਂ ਨੇ ਸਿਰਫ ਬਹਿ ਕੇ ਸਿਖਾਇਆ ਵੀ ਜੇਕਰ ਤੁਸੀਂ ਇਸ ਸੰਸਾਰ ਤੋਂ ਟੁੱਟ ਕੇ ਪਾਸੇ ਹੋ ਕੇ ਬੈਠੋਗੇ ਤਾਂ ਤੁਸੀਂ ਰੱਬ ਨਾਲ ਜੁੜ ਸਕਦੇ ਹੋ। ਸੰਸਾਰ ਦੇ ਵਿੱਚ ਰਹਿ ਕੇ ਸੰਸਾਰ ਦੀ ਕਿਰਿਆ ਕਰਦੇ ਰੱਬ ਨਾਲ ਨਹੀਂ ਜੁੜ ਸਕਦੇ। ਪਰ ਨਾਨਕ ਪਾਤਸ਼ਾਹ ਜੀ ਨੇ
ਉਸ ਮਾਲਕ ਪਰਮਾਤਮਾ ਨੂੰ ਪਾ ਕੇ ਵੀ ਦਿਖਾਇਆ ਤੇ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਗ੍ਰਸਤੀ ਜੀਵਨ ਨੂੰ, ਸੰਸਾਰ ਨੂੰ ਸਮਝਾ ਕੇ ਵੀ ਦਿਖਾਇਆ ਤੇ ਚਲਾ ਕੇ ਵੀ ਦਿਖਾਇਆ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਮਾਤਾ ਪਿਤਾ ਵੀ ਨਾਲ ਨੇ, ਵੱਖਰੇ ਨਹੀਂ। ਆਪਣੀ ਬਹੁਤੀ ਜ਼ਿੰਦਗੀ ਦਾ ਹਿੱਸਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੇਬੇ ਨਾਨਕੀ ਜੀ ਦੇ ਕੋਲ ਬਿਤਾਇਆ ਹੈ, ਬਹੁਤਾ ਹਿੱਸਾ, ਵਿਆਹ ਤੋਂ ਪਹਿਲਾਂ ਵੀ ਵਿਆਹ ਤੋਂ ਬਾਅਦ ਵੀ। ਫਿਰ ਧਰਮ ਪਤਨੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਤਿਕਾਰਯੋਗ ਮਾਤਾ ਸੁਲੱਖਣੀ ਜੀ, ਪੁੱਤ ਵੀ ਨੇ, ਪਰਿਵਾਰ ਵੀ ਹੈ। ਜਦੋਂ ਆਖਰੀ ਸਮੇਂ ਆਪਣੇ ਮਾਂ-ਬਾਪ ਦੀ ਸੇਵਾ ਲਈ ਸੰਸਾਰ ਦੇ ਵਿੱਚ ਜਿਹੜਾ ਵਿਹਾਰ ਬਣਿਆ ਹੋਇਆ ਵੀ ਮਾਤਾ ਪਿਤਾ ਦੀ ਅਖੀਰ ਸਮੇਂ ਵਿੱਚ ਸੇਵਾ ਕਰਨੀ ਧੀ ਪੁੱਤ ਦਾ ਫਰਜ਼ ਹੈ, ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਵੀ ਨਿਭਾਇਆ ਹੈ। ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਗ੍ਹਾ ਦੇ ਉੱਤੇ ਜੇਕਰ ਪ੍ਰਚਾਰ ਦੌਰੇ ਉੱਤੇ ਜਾਣਾ ਪੈਂਦਾ ਸੀ ਤੇ ਮਾਤਾ ਸੁਲੱਖਣੀ ਜੀ ਨੇ ਵੀ ਫਰਜ਼ ਉਹੀ ਨਿਭਾਇਆ ਜਿਹੜਾ ਮਾਤਾ ਪਿਤਾ ਦੇ ਨਾਲ ਫਰਜ਼ ਹੁੰਦਾ ਧੀ ਪੁੱਤ ਦਾ, ਕੋਈ ਫਰਕ ਨਹੀਂ। ਬਥੇਰਾ ਕਿਹਾ ਸੀ ਮਹਿਤਾ ਕਲਿਆਣ ਦਾਸ ਜੀ ਨੇ ਵੀ ਨਾਨਕ ਆ ਤੇਰੇ ਛੋਟੇ ਛੋਟੇ ਪੁੱਤ ਨੇ, ਇਹਨਾਂ ਨੂੰ ਕੌਣ ਸੰਭਾਲੇਗਾ, ਕੌਣ ਪਾਲੇਗਾ, ਬਾਪ ਦਾ ਪਿਆਰ ਕਿੱਥੋਂ ਮਿਲੇਗਾ, ਤੂੰ ਬਾਹਰ ਤੁਰਿਆ ਜਾ ਰਿਹਾ, ਪਤਾ ਨਹੀਂ ਕਦ ਮੁੜੇ। ਕਿਉਂਕਿ ਪ੍ਰਚਾਰ ਦੌਰੇ ਲੰਮੇ ਬਹੁਤ ਸੀ, 2-2 ਸਾਲ 5-5 ਸਾਲ ਦੇ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕੋ ਗੱਲ ਕਹੀ ਸੀ, ਕਹਿੰਦੇ ਪਿਤਾ ਜੀ ਇੱਥੇ ਸੰਭਾਲਣ ਦੇ ਲਈ ਤੁਸੀਂ ਹੋ। ਮਾਤਾ ਜੀ ਨੇ ਖੁਦ ਇਹਨਾਂ ਬੱਚਿਆਂ ਦੀ ਮਾਤਾ ਸੁਲੱਖਣੀ ਹੈ ਤੇ ਇਹਨਾਂ ਨੂੰ ਸੰਭਾਲਣ ਦੇ ਲਈ, ਮਿਲਣ ਦੇ ਲਈ, ਪਾਲਣ ਦੇ ਲਈ ਤੁਸੀਂ ਸਾਰੇ ਹੋ ਇੱਥੇ। ਆਂਢ ਗੁਆਂਢ ਚਾਚੇ ਤਾਏ ਸਾਰੇ ਕੋਲ ਨੇ, ਇਹ ਸੰਭਾਲੇ ਜਾਣਗੇ, ਇਹਨਾਂ ਦੀ ਕੋਈ ਪਰਵਾਹ ਨਹੀਂ, ਇਹ ਦੋ ਨੇ। ਪਰ ਉਧਰ ਲੱਖਾਂ ਦੀ ਆਵਾਜ਼ ਹੈ ਜਿਹੜੀ ਕੁਰਲਾਉਂਦੀ ਪਈ ਹੈ, ਤੜਫਦੀ ਪਈ ਹੈ। ਇਹਨਾਂ ਦੋ ਦੀ ਖਾਤਰ ਉਹਨਾਂ ਲੱਖਾਂ ਨੂੰ ਨਹੀਂ ਛੱਡ ਸਕਦਾ ਮੈਂ। ਇਹ ਪਰਉਪਕਾਰ ਸੀ ਗੁਰੂ ਨਾਨਕ ਸਾਹਿਬ ਜੀ ਦਾ ਸਾਡੇ ਉੱਤੇ। ਉਹਨਾਂ ਨੇ ਤਰਸ ਕੀਤਾ ਸੀ ਵੀ ਤੜਫਦੀ ਹੋਈ ਲੁਕਾਈ ਨੂੰ ਠਾਰਨਾ ਹੈ, ਠੰਡਾ ਕਰਨਾ ਹੈ, ਸੀਤਲਤਾ ਬਖਸ਼ਣੀ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਦੇਖਿਆ ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਕਹਿੰਦੇ ਸਾਰੀ ਪ੍ਰਿਥਵੀ ਸੰਸਾਰ ਮੈਨੂੰ ਮੱਚਦਾ ਦਿਸ ਰਿਹਾ, ਵਹਿਮਾਂ ਭਰਮਾਂ ਦੇ ਵਿੱਚ, ਕਰਮ ਕਾਂਡਾਂ ਦੇ ਵਿੱਚ, ਉਲਝਣਾਂ ਦੇ ਵਿੱਚ, ਚੰਗੇ ਮਾੜਿਆਂ ਦੀ ਵਿਚਾਰ ਦੇ ਵਿੱਚ, ਸਗਣ ਅਪਸਗਣ ਦੇ ਵਿੱਚ, ਨਰਕ ਸੁਰਗ ਦੇ ਵਿੱਚ, ਦੁੱਖਾਂ ਦੇ ਵਿੱਚ, ਕਲੇਸ਼ਾਂ ਦੇ ਵਿੱਚ, ਚਿੰਤਾਵਾਂ ਦੇ ਵਿੱਚ, ਫਿਕਰਾਂ ਦੇ ਵਿੱਚ। ਕਹਿੰਦੇ ਮੈਨੂੰ ਇਹ ਸੰਸਾਰ ਤੜਫਦਾ ਦਿਸ ਰਿਹਾ ਹੈ। ਤੇ ਉਹ ਤੜਫਣਾ ਸੀ ਜਿਹੜੀ, ਉਹ ਨਾਨਕ ਜੀ ਨੇ ਤਰਸ ਕੀਤਾ, ਹਰੇਕ ਘਰ ਤੱਕ ਬਾਣੀ ਪਹੁੰਚਾ ਕੇ ਉਹ ਤੜਫਣਾ ਦੂਰ ਕੀਤੀ ਹੈ। ਤੇ ਅਸੀਂ ਤਾਂ ਭਾਗਾਂ ਵਾਲੇ ਹਾਂ, ਕਰਮਾਂ ਵਾਲੇ ਹਾਂ, ਜਿਨ੍ਹਾਂ ਨੂੰ ਉਹ ਨਾਨਕ ਦਾ ਉਪਦੇਸ਼ ਘਰ ਬੈਠਿਆਂ ਨੂੰ ਮਿਲ ਗਿਆ, ਕਿਤੇ ਜਾਣਾ ਨਹੀਂ ਪਿਆ। ਸਾਨੂੰ ਤਾਂ ਘਰ ਬੈਠਿਆਂ ਨੂੰ ਮਿਲ ਗਿਆ। ਨਾਲੇ ਇਕੱਲਾ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼ ਨਹੀਂ, 6 ਗੁਰੂ ਸਾਹਿਬਾਨਾਂ ਜੀ ਦਾ, ਭਗਤ ਸਾਹਿਬਾਨਾਂ ਜੀ ਦਾ, ਭੱਟ ਸਾਹਿਬਾਨ ਜੀ ਦਾ, ਪਿਆਰੇ ਗੁਰਸਿੱਖਾਂ ਦੀ ਬਾਣੀ, ਪੂਰੇ 1430 ਅੰਗ ਮੁਬਾਰਕ ਰੂਹਾਨੀਅਤ, ਗਿਆਨ, ਫਲਸਫੇ ਦੇ, ਅਧਿਆਤਮਕਤਾ ਦੀ ਕਮਾਈ ਕਰਨ ਦੇ, ਰੂਹਾਨੀਅਤ ਨੂੰ ਪਾਉਣ ਦੇ ਲਈ, ਉਸ ਨੂਰਾਨੀ ਨੂਰ ਨੂੰ ਅਪਣਾਉਣ ਦੇ ਲਈ ਇਹ ਖਜ਼ਾਨਾ ਮਹਾਨ ਬਖਸ਼ਿਸ਼ ਸਾਡੇ ਝੋਲੀ ਪਾ ਦਿੱਤੀ ਹੈ ਗੁਰੂ ਨੇ। ਬੇਸ਼ੱਕ ਆਪਣਾ ਆਪ ਵੀ ਦੂਰ ਰੱਖਣਾ ਪਿਆ, ਆਪਣੇ ਪਰਿਵਾਰ ਦੇ ਵੱਲੋਂ ਵੀ ਦੂਰ ਰਹਿਣਾ ਪਿਆ। ਕਾਹਦੇ ਲਈ? ਕਿ ਇਹ ਲੁਕਾਈ ਹੈ ਜਿਹੜੀ, ਇਹ ਵਹਿਮਾਂ ਭਰਮਾਂ ਚਿੰਤਾਵਾਂ ਫਿਕਰਾਂ ਦੇ ਵਿੱਚੋਂ ਬਾਹਰ ਨਿਕਲ ਸਕੇ, ਸਿਰਫ ਤੇ ਸਿਰਫ ਇੱਕੋ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਜੁੜ ਸਕੇ, ਮਿਲ ਸਕੇ। ਸਤਿਗੁਰੂ ਕਹਿੰਦੇ ਬਹੁਰ ਬਹੁਰ ਦੁੱਖ ਪਾਇਆ, ਕਹਿੰਦੇ ਮੈਂ ਬਹੁਤ ਜੂਨੀਆਂ ਦੇ ਵਿੱਚ ਭਰਮ ਕੇ ਆ ਗਿਆ, ਪਰ ਕੀ ਹੋਇਆ, ਦੁੱਖ ਹੀ ਪਾਇਆ ਹੈ। ਸਤਿਗੁਰੂ ਤੂੰ ਰਹਿਮਤ ਕੀਤੀ ਹੈ, ਕਿਰਪਾ ਕੀਤੀ ਹੈ। ਕੀ ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ, ਦੇਵੋ ਦਰਸ਼ ਹਰ ਰਾਇਆ। ਸਤਿਗੁਰੂ ਤੇਰੀ ਕਿਰਪਾ ਦੇ ਨਾਲ, ਤੇਰੀ ਮਿਹਰ ਦੇ ਨਾਲ ਇਹ ਮੈਨੂੰ ਮਨੁੱਖਾ ਸਰੀਰ ਜਿਹੜਾ ਪ੍ਰਾਪਤ ਹੋਇਆ, ਮਿਲਿਆ ਹੈ। ਹੁਣ ਕਦੇ ਵੀ ਮਨ ਦੇ ਵਿੱਚ ਇਹ ਸਵਾਲ ਨਾ ਲੈ ਕੇ ਆਉਣਾ ਵੀ ਗੁਰੂ ਦੀ ਕਿਰਪਾ ਸਾਡੇ ਤੇ ਹੋਈ ਨਹੀਂ, ਕਿਉਂਕਿ ਗੁਰੂ ਦੀ ਕਿਰਪਾ ਆ ਸਰੀਰ ਸਾਨੂੰ ਮਿਲ ਗਿਆ।
ਮਨੁੱਖਾ ਸਰੀਰ, 5 ਤੱਤਾਂ ਦਾ ਇਹ ਸਰੀਰ ਸਾਨੂੰ ਮਿਲ ਗਿਆ। ਸਾਡੇ ਉੱਤੇ ਗੁਰੂ ਦੀ ਇਹ ਪਹਿਲੀ ਕਿਰਪਾ ਹੋ ਚੁੱਕੀ ਹੈ। ਹੁਣ ਇਸ ਕਿਰਪਾ ਦੀ ਸੰਭਾਲ, ਜਿਹੜੀ ਗੁਰੂ ਦੀ ਕਿਰਪਾ, ਉਹਦੀ ਸੰਭਾਲ ਸਾਨੂੰ ਕਰਨੀ ਪਵੇਗੀ। ਗੁਰੂ ਦੀ ਬਖਸ਼ਿਸ਼ ਦੀ ਸੰਭਾਲ ਸਾਨੂੰ ਕਰਨੀ ਪਵੇਗੀ। ਸੰਭਾਲ ਕਰਦੇ ਆ ਨਾ, ਜਿੱਥੇ ਵੀ ਗੁਰੂ ਪਾਤਸ਼ਾਹ ਜੀ ਨੇ ਚਰਨ ਪਾਏ, ਉਹ ਮੁਬਾਰਕ ਧਰਤੀ ਦੇ ਉੱਤੇ ਬਣੇ ਹੋਏ ਇਤਿਹਾਸਕ ਗੁਰੂ ਘਰਾਂ ਦੀ ਸੰਭਾਲ ਵੀ ਤਾਂ ਸਿੱਖ ਹੀ ਕਰਦੇ ਆ ਨਾ, ਆਪਾਂ ਸੰਗਤ ਕਰਦੀ ਹੈ। ਤੇ ਹੋਰ ਜਿੱਥੇ ਵੀ ਕਿਤੇ ਗੁਰੂ ਪਾਤਸ਼ਾਹ ਜੀ ਦੀਆਂ ਕੋਈ ਅੰਗਾਂ ਨੂੰ ਛੂਹ ਪ੍ਰਾਪਤ ਕੋਈ ਵੀ ਨਿਸ਼ਾਨੀ ਹੈ, ਉਸ ਦੀ ਪੂਰਨ ਅਸੀਂ ਇਸ ਤਰੀਕੇ ਨਾਲ ਸੰਭਾਲ ਕਰਦੇ ਹਾਂ ਵੀ ਕੋਈ ਨੁਕਸਾਨ ਕਦੇ ਵੀ ਨਾ ਹੋਵੇ। ਇੱਥੇ ਵੀ ਆਪਣੇ ਸਾਹਮਣੇ ਹੈ ਸਾਰਾ ਕੁਝ ਕਰਦੇ ਆ ਰਹੇ ਹਾਂ, ਲਗਾਤਾਰ ਨਿਤਾਂ ਪ੍ਰਤੀ ਸੰਭਾਲ। ਇਹਨਾਂ ਤੋਂ ਸੰਭਾਲ ਕਰਦੇ ਹਾਂ, ਇਹਨਾਂ ਵਸਤਰਾਂ ਦੀ, ਤਾਂ ਕਿ ਸਾਨੂੰ ਇਹਨਾਂ ਦੇ ਉੱਤੇ ਕੋਈ ਵੀ ਆਇਆ ਹੋਇਆ ਮੌਸਮ ਦੇ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਵੀ ਨੁਕਸਾਨ ਬਰਦਾਸ਼ਤ ਨਹੀਂ ਹੋਵੇਗਾ। ਖੂਨ ਖੌਲ ਉੱਠਿਆ ਸੀ ਨਾ ਸਿੱਖਾਂ ਦਾ, ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਜੀ ਦਾ ਖੂਨ ਖੌਲ ਉੱਠਿਆ ਸੀ ਜਦੋਂ ਉਹਨਾਂ ਦੇ ਕੰਨੀ ਇਹ ਆਵਾਜ਼ ਪਈ ਵੀ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ, ਅੰਮ੍ਰਿਤਸਰ ਸਾਹਿਬ ਵਿਖੇ ਇੱਕ ਬਦਮਾਸ਼ ਕਿਸਮ ਦਾ ਬੰਦਾ ਬੈਠਾ ਉੱਥੇ ਗੰਦ ਪਾ ਰਿਹਾ ਏ, ਸ਼ਰਾਬਾਂ ਪੀ ਰਿਹਾ, ਨੰਗੇ ਨਾਚ ਕਰ ਰਿਹਾ ਏ, ਗੰਦਗੀ ਫੈਲਾ ਰਿਹਾ, ਉੱਥੇ ਲੋਕਾਂ ਨੂੰ ਧੱਕੇ ਮਾਰ ਰਿਹਾ ਏ। ਜਿਸ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਬੈਠਿਆ ਕਰਦੇ ਸੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿੱਥੇ ਪ੍ਰਕਾਸ਼ ਹੋਇਆ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੂੰ ਚੁੱਕ ਕੇ ਆਪ ਗੱਦੀ ਲਾ ਕੇ ਬਹਿ ਗਿਆ ਤੇ ਉੱਥੇ ਬੇਸਮਾਵਾਂ ਦੇ ਨਾਚ ਕਰਾਉਂਦਾ ਸੀ। ਸਿੱਖਾਂ ਨੂੰ ਬਰਦਾਸ਼ਤ ਨਹੀਂ ਹੋਇਆ, ਗਲ ਵੱਢ ਕੇ ਧੜ ਤੋਂ ਵੱਖਰਾ ਕਰਕੇ ਰਾਜਸਥਾਨ ਦੀਆਂ ਪਹਾੜੀਆਂ ਦੇ ਵਿੱਚ ਬੁੱਢਾ ਜੌੜ ਲਿਜਾ ਕੇ ਖਿੱਦੋ ਖੁੰਡੀ ਖੇਡੀ, ਉਸ ਦੁਸ਼ਟ ਦਾ ਸਿਰ ਹੀ ਵੱਢ ਲਿਆਂਦਾ। ਆਸੇ ਪਾਸੇ ਹਾਹਾਕਾਰ ਮਚ ਗਈ ਵੀ ਸਿਰ ਹੀ ਵੱਢ ਕੇ ਲੈ ਗਏ। ਇਹ ਸੀ ਤੜਫਣਾ ਅੰਦਰ। ਤੇ ਜੇਕਰ ਸਾਡੇ ਕੋਈ ਸਰੀਰ ਦਾ ਅਸੀਂ ਆਪ ਹੀ ਨੁਕਸਾਨ ਕਰ ਰਹੇ ਹਾਂ, ਹੁਣ ਆਪ ਸੋਚ ਕੇ ਵੇਖੋ ਫਿਰ ਇਸ ਸਰੀਰ ਨਾਲ ਕੀ ਹੋਣਾ ਚਾਹੀਦਾ। ਸਤਿਗੁਰੂ ਕਹਿੰਦੇ ਜਿਹਬਾ ਜਪੇ ਨਾ ਨਾਮ, ਤਿਲ ਤਿਲ ਕਰ ਕੱਟੀਐ। ਕਹਿੰਦੇ ਵੱਢ ਦੇਣੀ ਚਾਹੀਦੀ ਉਹ ਜੀਭ ਜਿਹੜੀ ਨਾਮ ਨਹੀਂ ਜਪਦੀ। ਥੋੜੀ ਥੋੜੀ ਕਰਕੇ, ਤਿਲ ਤਿਲ ਕਰਕੇ ਵੱਢ ਦੇਣੀ ਚਾਹੀਦੀ ਹੈ, ਟੋਟੇ ਟੋਟੇ ਕਰ ਦੇਣੇ ਚਾਹੀਦੇ ਨੇ ਜੇਕਰ ਨਾਮ ਨਹੀਂ ਜਪਦੀ। ਸਤਿਗੁਰੂ ਕਹਿੰਦੇ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਦੀਜੈ ਡਾਰ। ਕਹਿੰਦੇ ਜਿਹੜਾ ਸਿਰ ਸਾਈਂ ਪਰਮਾਤਮਾ ਜੀ ਦੀ ਬੰਦਗੀ ਦੇ ਵਿੱਚ ਨਹੀਂ ਨਿਭਦਾ ਨਾ, ਨਹੀਂ ਝੁਕਦਾ, ਨਹੀਂ ਨਮਸਕਾਰ ਕਰਦਾ ਉਸ ਅਕਾਲ ਪੁਰਖ ਨੂੰ, ਕਹਿੰਦੇ ਉਹ ਸਿਰ ਵੀ ਧੜ ਤੋਂ ਵੱਖਰਾ ਕਰ ਦੇਣਾ ਚਾਹੀਦਾ, ਵੱਢ ਦੇਣਾ ਚਾਹੀਦਾ। ਜੀਣ ਦਾ ਕੋਈ ਹੱਕ ਨਹੀਂ, ਕੋਈ ਅਧਿਕਾਰ ਨਹੀਂ। ਇਹ ਮਹਾਨਤਾ ਹੈ ਸਰੀਰ ਦੀ, ਜਿਸ ਸਰੀਰ ਦੇ ਨਾਲ ਅਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਕੁਝ ਖੱਟ ਕੇ ਜਾਣਾ ਹੈ। ਇਕੱਲਾ ਇਹ ਨਹੀਂ ਵੀ ਆਏ ਜ਼ਿੰਦਗੀ ਭੋਗ ਗਏ। ਜ਼ਮੀਨਾਂ, ਜਾਇਦਾਦਾਂ, ਧਨ ਦੌਲਤ, ਪਦਾਰਥ ਅੱਜ ਤੱਕ ਕੋਈ ਨਾਲ ਨਹੀਂ ਲੈ ਕੇ ਗਿਆ, ਸਭ ਇੱਥੇ ਹੀ ਹੈ। ਸਿਕੰਦਰ ਬਾਦਸ਼ਾਹ, ਦੁਨੀਆ ਦਾ ਸਭ ਤੋਂ ਵੱਡਾ ਬਾਦਸ਼ਾਹ, ਸਭ ਤੋਂ ਵੱਡਾ ਜੇਤੂ ਜਰਨੈਲ ਮੰਨਿਆ ਗਿਆ, ਜਿਸ ਨੇ ਧਰਤੀ ਦੇ ਬਹੁਤਾਤ ਹਿੱਸੇ ਉੱਤੇ ਆਪਣਾ ਰਾਜ ਸਥਾਪਿਤ ਕਰ ਲਿਆ ਸੀ। ਜਿੱਧਰ ਨੂੰ ਵੀ ਜਾਂਦਾ ਸੀ ਦਸੇ ਦਿਸ਼ਾਵਾਂ ਵੱਲ ਬਸ ਉਸੇ ਸਿਕੰਦਰ ਸਿਕੰਦਰ ਹੁੰਦੀ ਸੀ। ਕਿਸੇ ਪਾਸੇ ਵੀ ਜਾਂਦਾ ਸੀ ਨਾ, ਲਾਮ ਲਸ਼ਕਰ ਲੈ ਕੇ ਜਿਹੜੇ ਨਗਰ ਵਿੱਚ ਦੀ ਲੰਘ ਜਾਂਦਾ ਸੀ, ਉਹ ਨਗਰ ਵੀ ਬਸ ਉਹਨੂੰ ਯਾਦ ਕਰਦਾ ਸੀ, ਚੇਤਾ ਕਰਦਾ ਸੀ। ਇੱਕ ਵਾਰੀ ਗਿਆ ਚਾਹੇ 10 ਵਾਰ ਗਿਆ, ਕਦੇ ਕੋਈ ਉਸ ਨੂੰ ਭੁੱਲਿਆ ਨਹੀਂ ਸੀ। ਉਸ ਨੂੰ ਹੰਕਾਰ ਵੀ ਹੋ ਗਿਆ ਸੀ। ਤੇ ਜਦੋਂ ਆਖਰੀ ਸਮਾਂ ਸੀ ਨਾ, ਬਿਲਕੁਲ ਆਖਰੀ ਸਮਾਂ, ਕਿਉਂਕਿ ਅੱਜ ਕੱਲ੍ਹ ਡਾਕਟਰ ਹਰੇਕ ਪਿੰਡ ਦੇ ਵਿੱਚ 5-5 ਬੈਠੇ ਨੇ। RMP ਡਾਕਟਰ ਥੋੜ੍ਹੇ ਮੋਟੇ ਬੁਖਾਰ ਦੇ ਲਈ, ਦਵਾਈ ਦੇ ਲਈ ਹਰ ਇੱਕ ਥਾਂ ਦੇ ਉੱਤੇ ਬੈਠੇ ਆ। ਹਰੇਕ ਨਗਰ ਦੇ ਵਿੱਚ, ਹਰੇਕ ਮੁਹੱਲੇ ਦੇ ਵਿੱਚ 2-2 4-4 ਹਨ। ਜੇਕਰ ਕੋਈ ਵੱਡੀ ਬਿਮਾਰੀ ਹੈ ਤਾਂ ਹਰੇਕ ਨੇੜੇ ਲੱਗਦੇ ਸ਼ਹਿਰ ਦੇ ਵਿੱਚ 10-10 ਹਸਪਤਾਲ ਬਣੇ ਹੋਏ ਨੇ ਵੱਡੇ। ਹਰੇਕ ਤਰ੍ਹਾਂ ਦੀ ਮਸ਼ੀਨ ਹੈ, ਹਰੇਕ ਤਰ੍ਹਾਂ ਦਾ ਆਪਰੇਸ਼ਨ ਹੋ ਸਕਦਾ ਹੈ। ਪਰ ਉਹ ਸਮਾਂ ਇਹੋ ਜਿਹਾ ਜਿੱਥੇ ਸਿਰਫ ਵੈਦ ਹੁੰਦੇ ਸੀ, ਹਕੀਮ ਹੁੰਦੇ ਸੀ, ਹੋਰ ਕੋਈ ਡਾਕਟਰ ਨਹੀਂ ਹੁੰਦਾ ਸੀ। ਅੱਜ ਦੇ ਡਾਕਟਰ ਨਹੀਂ ਹੁੰਦੇ ਸੀ। ਉਹ ਕੀ ਕਰਦੇ ਸੀ, ਨਬਜ਼ ਦੇਖ ਕੇ ਸਰੀਰ ਦੀ ਬਿਮਾਰੀ ਨੂੰ ਲੱਭ ਲੈਂਦੇ ਸੀ, ਉਸ ਦਾ ਇਲਾਜ ਦੇਸੀ ਜੜੀਆਂ ਬੂਟੀਆਂ ਦੇ ਨਾਲ ਕਰਦੇ ਸੀ, ਜਿਹੜੇ ਸਫਲਤਾ ਵੀ ਬਹੁਤ ਜ਼ਿਆਦਾ ਸੀ।
ਬੰਦੇ ਬਿਮਾਰ ਵੀ ਬਹੁਤ ਘੱਟ ਹੁੰਦੇ ਸੀ। ਅੱਜ ਜਿਹੋ ਜਿਹੀਆਂ ਦਵਾਈਆਂ ਉਹੋ ਜਿਹੀਆਂ ਬਿਮਾਰੀਆਂ ਹੋ ਗਈਆਂ। ਜਦੋਂ ਆਖਰੀ ਸਵਾਸ ਸੀ, ਤੜਫਦਾ ਪਿਆ ਸੀ, ਸ਼ਾਹੀ ਵੈਦ ਸੱਦੇ ਆਪਣੇ। ਸਿਕੰਦਰ ਬਾਦਸ਼ਾਹ ਨੇ ਆਪਣੇ ਰਾਜ ਘਰਾਣੇ ਦੇ ਸ਼ਾਹੀ ਵੈਦ ਸੱਦੇ। ਸ਼ਾਹੀ ਵੈਦ ਕਿਹਾ ਜਾਂਦਾ ਸੀ ਉਹਨਾਂ ਨੂੰ, ਕਿਉਂਕਿ ਉਹ ਆਪਣੇ ਸ਼ਾਹ ਦੇ ਨੇੜੇ ਰਹਿੰਦੇ ਸੀ, ਹਮੇਸ਼ਾ ਬਾਦਸ਼ਾਹ ਦੇ ਨੇੜੇ ਰਹਿੰਦੇ ਸੀ। ਤੇ ਸ਼ਾਹੀ ਵੈਦ ਉਹ ਹੁੰਦੇ ਸੀ ਜਿਨ੍ਹਾਂ ਨੂੰ ਹਰੇਕ ਬਿਮਾਰੀ ਦਾ ਇਲਮ ਹੁੰਦਾ ਸੀ। ਹਰੇਕ ਤਰ੍ਹਾਂ ਦੀ ਦਵਾਈ ਉਹਨਾਂ ਕੋਲੇ ਪਹਿਲਾਂ ਹੀ ਮੌਜੂਦ ਹੁੰਦੀ ਸੀ ਬਣਾਈ ਹੋਈ, ਉਹਨਾਂ ਨੂੰ ਜਾਣਾ ਨਹੀਂ ਪੈਂਦਾ ਸੀ ਲੱਭਣ ਦੇ ਲਈ। ਸ਼ਾਹੀ ਵੈਦ ਤਾਂ ਕਿਹਾ ਜਾਂਦਾ ਸੀ। ਤੇ ਜਦੋਂ ਆਖਰੀ ਸਵਾਸ ਸੀ, ਚੱਲਦੇ ਹੋਏ ਸਵਾਸ, ਆਪਣੇ ਸ਼ਾਹੀ ਵੈਦਾਂ ਨੂੰ ਸੱਦ ਕੇ ਕਹਿੰਦਾ ਵੀ ਜਿਵੇਂ ਮਰਜ਼ੀ ਕਰੋ, ਵੀ ਮੈਨੂੰ ਮੇਰੇ ਸਵਾਸ ਜਿਹੜੇ ਨੇ ਵਧਾ ਦਿਓ। ਮੈਂ ਆਪਣੀ ਆਖਰੀ ਸਾਹ ਜਿਹੜਾ ਨਾ ਆਪਣੀ ਮਾਂ ਦੀ ਗੋਦੀ ਦੇ ਵਿੱਚ ਲੈਣਾ ਚਾਹੁੰਦਾ। ਮੈਂ ਆਪਣੀ ਮਾਂ ਦੀ ਕੁੱਖ ਵਿੱਚ ਜਾ ਕੇ ਮਰਨਾ ਚਾਹੁੰਦਾ, ਗੋਦ ਵਿੱਚ ਮਰਨਾ ਚਾਹੁੰਦਾ। ਆਖਰੀ ਵਾਰ ਆਪਣੀ ਮਾਂ ਨੂੰ ਮੈਂ ਵੇਖਣਾ ਚਾਹੁੰਦਾ। ਤੇ ਉਹ ਵੈਦ ਕਹਿੰਦੇ ਵੀ ਰਾਜਨ, ਇੱਦਾਂ ਨਹੀਂ ਹੋ ਸਕਦਾ, ਇਹ ਕਦੇ ਨਹੀਂ ਹੋ ਸਕਦਾ ਵੀ ਤੂੰ ਆਪਣੇ ਮਹਿਲ ਵਿੱਚ ਜਾਵੇਂ, ਆਪਣੀ ਮਾਂ ਦੇ ਕੋਲੇ ਆਖਰੀ ਸਵਾਸ ਲਵੇਂ। ਸਾਡੇ ਕੋਲੇ ਕੋਈ ਇਹੋ ਜਿਹੀ ਤਾਕਤ ਨਹੀਂ ਵੀ ਤੈਨੂੰ ਇੱਕ ਸਵਾਸ ਵੀ ਦੇ ਦਈਏ। ਧਨ ਲੈ ਲਓ, ਰਾਜ ਲੈ ਲਓ, ਤਖਤ ਲੈ ਲਓ, ਸਾਰਾ ਕੁਝ ਲੈ ਲਵੋ, ਫੌਜਾਂ, ਜਰਨੈਲ, ਹਾਥੀ, ਘੋੜੇ, ਸਾਰਾ ਕੁਝ ਲੈ ਲਵੋ, ਖਜ਼ਾਨਾ, ਤੋਸਾ ਖਾਨਾ, ਹਥਿਆਰ ਖਾਨਾ, ਸਾਰਾ ਕੁਝ ਲੈ ਲਵੋ। ਕਹਿੰਦਾ ਇੱਕ ਸਵਾਸ ਦੇ ਦਿਓ। ਹੱਥ ਜੋੜ ਕੇ ਬੈਠਾ ਹੈ ਵੈਦਾਂ ਕੋਲੇ। ਕਹਿੰਦਾ ਨਹੀਂ। ਇੱਥੇ ਤਾਂ ਕਹਿੰਦੇ ਬੇਸ਼ੱਕ ਖੁਦ ਧਨੰਤਰ ਵੈਦ ਆ ਜਾਵੇ, ਸਭ ਤੋਂ ਵੱਡਾ ਸ੍ਰੇਸ਼ਟ ਵੈਦ ਆ ਜਾਵੇ, ਕਹਿੰਦੇ ਉਹ ਵੀ ਤੈਨੂੰ ਇਹ ਸਵਾਸ ਨਹੀਂ ਦੇ ਸਕਦਾ। ਤੇ ਆਖਰੀ ਸਮੇਂ ਫਿਰ ਇੱਕੋ ਗੱਲ ਕਹੀ, ਕਹਿੰਦੇ ਠੀਕ ਹੈ, ਜੇਕਰ ਇੰਨਾ ਕੁਝ ਜ਼ਿੰਦਗੀ ਦੇ ਵਿੱਚ ਕਰਨ ਤੋਂ ਬਾਅਦ ਵੀ, ਇੰਨੀ ਧਰਤੀ ਜਿੱਤਣ ਤੋਂ ਬਾਅਦ ਵੀ, ਇੰਨੇ ਰਾਜ ਅਧੀਨ ਕਰਨ ਤੋਂ ਬਾਅਦ ਵੀ ਮੈਂ ਇੱਕ ਵੱਡੇ ਤਖਤ ਦਾ ਮਾਲਕ ਹੋਵਾਂ, ਸਿਰ ਤੇ ਚੌਰ ਝੁੱਲਦਾ ਹੋਵੇ, ਛਤਰ ਹੁੰਦਾ ਹੋਵੇ, ਅੱਗੇ ਪਿੱਛੇ ਹਜ਼ਾਰਾਂ ਦੀ ਗਿਣਤੀ ਵਿੱਚ ਨੌਕਰ ਚਾਕਰ ਹੋਣ, ਮੇਰੇ ਇੱਕ ਬੋਲ ਦੇ ਉੱਤੇ ਮੇਰਾ ਇੱਕ ਇੱਕ ਸਿਪਾਹੀ ਆਪਣਾ ਪ੍ਰਾਣ ਕੁਰਬਾਨ ਕਰਦਾ ਹੋਵੇ, ਕਹਿੰਦੇ ਫਿਰ ਇਹੋ ਜਿਹਾ ਕਰਕੇ ਵੀ ਮੈਂ ਕੀ ਕੀਤਾ, ਮੇਰੇ ਪੱਲੇ ਕੀ ਹੈ। ਇੱਕ ਮੈਂ ਸਵਾਸ ਆਪਣੀ ਜ਼ਿੰਦਗੀ ਦਾ ਉਧਾਰ ਨਹੀਂ ਲੈ ਸਕਦਾ, ਫਿਰ ਐਸੀ ਧਨ ਦੌਲਤ ਨੂੰ ਕਰਨਾ ਕੀ ਹੈ। ਉਹ ਆਪਣੇ ਸਾਰੇ ਨੇੜਲੇ ਸਿਪਾਹੀਆਂ ਨੂੰ, ਸੂਰਮਿਆਂ ਨੂੰ, ਯੋਧਿਆਂ ਨੂੰ, ਜਰਨੈਲਾਂ ਨੂੰ ਕੋਲੇ ਸੱਦ ਕੇ ਇੱਕ ਗੱਲ ਸਮਝਾਉਂਦਾ। ਕਹਿੰਦਾ ਇੱਕ ਗੱਲ ਸੁਣ ਲਓ, ਜੇਕਰ ਮੈਨੂੰ ਸਵਾਸ ਨਹੀਂ ਨਾ ਤੁਸੀਂ ਦੇ ਸਕਦੇ ਤਾਂ ਮੇਰੀ ਇੱਕ ਆਖਰੀ ਇੱਛਾ ਇਹ ਜ਼ਰੂਰ ਪੂਰੀ ਕਰ ਦਿਓ। ਉਹ ਕਹਿੰਦੇ ਕੀ, ਦੱਸ। ਅਸੀਂ ਇੰਨਾ ਕਰ ਸਕਦੇ ਹਾਂ ਵੀ ਤੇਰੀ ਜਿਹੜੀ ਵੀ ਇੱਛਾ ਜ਼ਿੰਦਗੀ ਤੋਂ ਬਿਨਾਂ, ਉਹ ਸਾਰਾ ਕੁਝ ਤੈਨੂੰ ਮਿਲ ਜਾਵੇਗਾ। ਕਹਿੰਦੇ ਮੈਂ ਇੱਕ ਗੱਲ ਸਮਝ ਲਈ ਕਿ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਖਰੀਦਿਆ ਜਾ ਸਕਦਾ ਹੈ, ਪਾਇਆ ਜਾ ਸਕਦਾ ਹੈ, ਪਰ ਸਾਰਾ ਕੁਝ ਦੇ ਕੇ ਵੇਚ ਕੇ ਜ਼ਿੰਦਗੀ ਦੁਬਾਰਾ ਨਹੀਂ ਲਈ ਜਾ ਸਕਦੀ। ਜ਼ਿੰਦਗੀ ਲੈ ਕੇ ਪ੍ਰਮਾਤਮਾ ਤੋਂ ਇੱਥੇ ਸਾਰਾ ਕੁਝ ਖਰੀਦਿਆ ਜਾ ਸਕਦਾ, ਪਾਇਆ ਜਾ ਸਕਦਾ, ਪਰ ਸਿਰਫ ਜ਼ਿੰਦਗੀ ਦੁਬਾਰਾ ਲੈਣ ਦੇ ਲਈ ਇਹ ਸਾਰਾ ਕੁਝ ਦੇ ਕੇ ਵੀ ਜ਼ਿੰਦਗੀ ਦੁਬਾਰੇ ਨਹੀਂ ਮਿਲਣੀ। ਕਹਿੰਦੇ ਇਹ ਤਾਂ ਸੱਚ ਹੈ। ਕਹਿੰਦੇ ਫਿਰ ਇੱਦਾਂ ਕਰਿਓ, ਜਦੋਂ ਆਖਰੀ ਵਾਰ ਮੈਨੂੰ ਲੈ ਕੇ ਜਾਓਗੇ ਨਾ 4 ਜਾਣੇ ਚੁੱਕ ਕੇ, ਕਹਿੰਦੇ ਮੇਰੇ ਹੱਥ ਨਾ ਖੱਫਣ ਤੋਂ ਬਾਹਰ ਕੱਢ ਦਿਓ, ਦੋਨੇ ਹੱਥ ਖੱਫਣ ਤੋਂ ਬਾਹਰ ਕੱਢ ਦਿਓ, ਪੈਰ ਖੱਫਣ ਤੋਂ ਬਾਹਰ ਕੱਢ ਦਿਓ, ਮੇਰਾ ਚਿਹਰਾ ਵੀ ਖੱਫਣ ਤੋਂ ਬਾਹਰ ਕੱਢ ਦਿਓ, ਢਕਿਓ ਨਾ। ਕਹਿੰਦੇ ਕਿਉਂ? ਕਹਿੰਦੇ ਇਹ ਭੋਲੇ ਲੋਕਾਂ ਨੂੰ ਵੀ ਪਤਾ ਲੱਗ ਸਕੇ, ਜਿਨ੍ਹਾਂ ਨੂੰ ਸਿਰਫ ਤੇ ਸਿਰਫ ਕਮਾਉਣ ਪਾਸੇ ਸੁਰਤ ਹੈ, ਵੀ ਇਹ ਕਮਾਈਆਂ, ਇਹ ਰਾਜ ਭਾਗ, ਧਨ ਦੌਲਤ, ਹੀਰੇ ਮੋਤੀ ਜਵਾਹਰਾਤ, ਸੋਨਾ ਚਾਂਦੀ ਕੁਝ ਵੀ ਨਾਲ ਨਹੀਂ ਜਾਣਾ। ਖਾਲੀ ਹੱਥ ਚੱਲਿਆ, ਨੰਗੇ ਪੈਰ ਚੱਲਿਆ, ਨੰਗਾ ਮੂੰਹ ਲੈ ਕੇ ਚੱਲਿਆ, ਕੁਝ ਵੀ ਨਾਲ ਨਹੀਂ। ਹਰੇਕ ਕੋਈ ਬੰਦਾ ਜਦੋਂ ਕਿਤੇ ਆਪਣੇ ਕੱਪੜੇ ਸਵਾਉਂਦਾ ਹੈ ਨਾ, ਉਹ ਤੇ ਜੇਬਾਂ ਲਾਈਆਂ ਜਾਂਦੀਆਂ ਨੇ। ਕਈ ਤਾਂ ਬੜੇ ਚਾਅ ਦੇ ਨਾਲ, ਸ਼ੌਂਕ ਦੇ ਨਾਲ ਨਾ ਛਾਤੀ ਦੇ ਉੱਤੇ ਜੇਬ ਲਵਾਉਂਦੇ ਨੇ ਆਪਣੇ ਦਿਲ ਵਾਲੇ ਪਾਸੇ, ਉਹਦੇ ਵਿੱਚ ਪੈਸੇ ਧਨ ਪਾਉਣ ਲਈ, ਕਿਉਂਕਿ ਦਿਲ ਦੇ ਨੇੜੇ ਰੱਖਣਾ ਚਾਹੁੰਦੇ ਆ ਧਨ ਨੂੰ। ਪਰ ਖੱਫਣ ਦੇ ਉੱਤੇ ਕਦੇ ਜੇਬ ਨਹੀਂ ਹੁੰਦੀ, ਉਹਦੇ ਉੱਤੇ ਕਦੇ ਜੇਬ ਨਹੀਂ ਲਵਾਈ ਜਾਂਦੀ ਵੀ ਉਸ ਜੇਬ ਦੇ ਵਿੱਚ ਕੁਝ ਪਾ ਕੇ ਵੀ ਲੈ ਜਾਵੇ। ਪਤਾ ਹੀ ਹੈ ਵੀ ਨਾਲ ਕੁਝ ਨਹੀਂ ਜਾਣਾ।
ਨਾਲ ਜਾਣਾ ਹੀ ਕੁਝ ਨਹੀਂ, ਫਿਰ ਪਾ ਕੇ ਵੀ ਕੀ ਕਰਨਾ, ਉਹਦੇ ਉੱਤੇ ਬਣਾ ਕੇ ਵੀ ਕੀ ਕਰਨਾ। ਬਸ ਇੰਨੀ ਕੁ ਕਹਾਣੀ ਹੈ। ਉਸ ਆਖਰੀ ਲਮਹੇ ਤੋਂ ਅਸੀਂ ਸਿੱਖਣਾ ਹੈ ਵੀ ਸਾਡਾ ਵਜੂਦ ਕੀ ਹੈ। ਹੁਣ ਉਸ ਮਾਲਕ ਦੀ ਕਿਰਪਾ ਦੇ ਨਾਲ ਇਹ ਦੇਹੀ ਪਾਈ ਹੈ, ਇਸ ਦੇਹੀ ਨੂੰ ਅਜਾਈਂ ਨਾ ਅਸੀਂ ਗਵਾਈਏ। ਅਸੀਂ ਇਸ ਦੇਹੀ ਦੇ ਵਿੱਚ ਕੁਝ ਐਸੇ ਕਰਮ ਕਰੀਏ ਵੀ ਜਦੋਂ ਇਸ ਦੇਹੀ ਤੋਂ ਲੇਖਾ ਮੰਗਿਆ ਜਾਵੇ ਤਾਂ ਉੱਥੇ ਘੱਟੋ ਘੱਟ ਅੱਖਾਂ ਚੁੱਕ ਕੇ ਅਸੀਂ ਸਾਹਮਣੇ ਖੜ ਸਕੀਏ। ਨਾ ਹੋਵੇ ਕਿਤੇ ਉੱਥੇ ਵੀ ਅਸੀਂ ਨੀਵੀਂ ਪਾ ਕੇ ਖੜੇ ਰਹੀਏ। ਨਹੀਂ, ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਐਸਾ ਕੰਮ ਨਹੀਂ ਕਰਨਾ ਜਿਸ ਕੰਮ ਦੇ ਕਰਕੇ ਸਾਨੂੰ ਸ਼ਰਮਸਾਰ ਹੋਣਾ ਪਵੇ, ਕਿਉਂਕਿ ਅੰਦਰ ਰਾਜਾ ਤਖਤ ਹੈ। ਪਰਮਾਤਮਾ ਤਾਂ ਅੰਦਰ ਹੀ ਬੈਠਾ ਨਾ ਤਖਤ ਲਾ ਕੇ, ਇਸ ਸਰੀਰ ਦੇ ਵਿੱਚ ਹੀ। ਇਹੀ ਗੱਲ ਭਗਤ ਜੀ ਸਮਝਾ ਰਹੇ ਨੇ ਵੀ ਹੈ ਤਾਂ ਅੰਦਰ ਹੀ ਹੈ ਸਾਰਾ ਕੁਝ, ਪਰ ਮਨੁੱਖ ਬਾਹਰ ਲੱਭਣ ਦੀ ਕੋਸ਼ਿਸ਼ ਕਰਦਾ। ਬਾਹਰੀ ਤਖਤਾਂ ਤੋਂ, ਬਾਹਰੀ ਅਦਾਲਤਾਂ ਤੋਂ, ਬਾਹਰੀ ਥਾਣਿਆਂ ਕਚਹਿਰੀਆਂ ਤੋਂ ਬਚਣ ਦੀ ਕੋਸ਼ਿਸ਼ ਕਰਦਾ, ਪਰ ਅੰਦਰਲੇ ਤਖਤ ਤੋਂ ਕਦੇ ਬਚਣ ਦਾ ਸੋਚਿਆ ਹੀ ਨਹੀਂ, ਕਦੇ ਸੋਚਿਆ ਹੀ ਨਹੀਂ। ਸਰੀਰ ਨਾਲ ਹਰਕਤ ਬਾਅਦ ਵਿੱਚ ਹੁੰਦੀ ਹੈ, ਗਲਤੀ ਬਾਅਦ ਵਿੱਚ ਹੁੰਦੀ ਹੈ। ਪਹਿਲਾਂ ਮਨ ਕਰਕੇ ਸੋਚ ਲੈਣਾ ਹੀ ਗਲਤੀ ਹੈ। ਮਨ ਦੇ ਤਖਤ 'ਤੇ ਤਾਂ ਗਲਤੀ ਕਰ ਲਈ ਨਾ, ਉਹ ਤਾਂ ਅੰਦਰ ਰਾਜਾ ਜਿਹੜਾ ਤਖਤ ਬੈਠਾ ਹੈ ਉਹ ਤਾਂ ਉਹਨੇ ਨੋਟ ਕਰ ਲਿਆ ਵੀ ਇਹ ਤੇਰੀ ਗਲਤੀ, ਇਹਦੀ ਸਜ਼ਾ ਤੈਨੂੰ ਮਿਲੇਗੀ। ਸਰੀਰ ਨੇ ਤਾਂ ਬਾਅਦ ਵਿੱਚ ਕੀਤੀ। ਹੋ ਸਕਦਾ ਸਰੀਰ ਉਸ ਗਲਤੀ ਨੂੰ 2 ਮਹੀਨਿਆਂ ਬਾਅਦ ਕਰੇ, 2 ਸਾਲਾਂ ਬਾਅਦ ਕਰੇ। ਅੱਜ ਸੋਚੀ ਹੋਈ ਹੈ ਵੀ ਮੈਂ ਫਲਾਣੇ ਦਾ ਬੁਰਾ ਕਰਨਾ, ਤੇ ਉਹ ਕੀ ਕਰਦਾ ਫਿਰ? ਬੁਰਾ ਸੋਚ ਲੈਂਦਾ। ਸੋਚ ਲੈਣਾ ਹੀ ਗਲਤੀ ਬਣ ਗਈ ਉਹਦੀ। ਮੈਂ ਦੂਜੇ ਦਾ ਬੁਰਾ ਕਰਨਾ। ਬੁਰਾ ਕਦੋਂ ਕਰਨਾ? ਜਦੋਂ ਉਹਨੂੰ ਕਿਤੇ ਮਿਲੇਗਾ ਜਾਂ ਉਹਦਾ ਮੌਕਾ ਲੱਗੇਗਾ। ਬੁਰਾ ਤਾਂ ਫਿਰ ਕਰੇਗਾ ਨਾ। ਉਹ ਬੁਰਾ ਕਰਨ ਵੇਲੇ ਉਹਦੀ ਜਿਹੜੀ ਬੁਰਾ ਕੀਤੇ ਦੀ ਸਜ਼ਾ, ਉਹ ਤਾਂ ਇੱਥੇ ਵੀ ਪਤਾ ਨਹੀਂ 5 ਸਾਲ ਲੰਘ ਜਾਣ, 10 ਸਾਲ ਲੰਘ ਜਾਣ, ਸਜ਼ਾ ਮਿਲੇ ਨਾ ਮਿਲੇ। ਇੱਥੇ ਥਾਣਿਆਂ ਕਚਹਿਰੀਆਂ ਦੇ ਵਿੱਚ ਲੋਕ ਰੁਲਦੇ ਨੇ, ਕਰਲਾਉਂਦੇ ਨੇ। ਇੱਥੋਂ ਤੱਕ ਵੀ ਇਨਸਾਫ ਮੰਗਦੇ ਮੰਗਦੇ ਆਪਣੇ ਧੀਆਂ ਪੁੱਤਾਂ ਦਾ ਬਜ਼ੁਰਗ, ਉਹਨਾਂ ਦੇ ਬਜ਼ੁਰਗ ਵੀ ਚਲੇ ਗਏ। 2-2 ਪੀੜ੍ਹੀਆਂ ਖਤਮ ਹੋ ਗਈਆਂ, 3-3 ਪੀੜ੍ਹੀਆਂ, ਪਰ ਕਿਸੇ ਨੇ ਇਨਸਾਫ ਨਹੀਂ ਦਿੱਤਾ। ਨਾ ਹੀ ਇਨਸਾਫ ਕਦੇ ਮਿਲਿਆ, ਕਿਉਂਕਿ ਇੱਥੇ ਝੂਠ ਵਿਕਦਾ, ਝੂਠ ਖਰੀਦਿਆ ਜਾਂਦਾ, ਝੂਠ ਹੀ ਦਾ ਪਸਾਰਾ ਹੈ। ਇਸੇ ਕਰਕੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ, ਇਹ ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ। ਇਹ ਜਗਤ ਹੈ ਜਿਹੜਾ, ਇਹ ਝੂਠ ਹੈ। ਹੇ ਮੇਰੇ ਮਿੱਤਰ ਪਿਆਰੇ, ਤੂੰ ਜਾਣ ਲੈ, ਸਮਝ ਲੈ, ਵਿਚਾਰ ਲੈ। ਇਸ ਜਗਤ ਦੇ ਵਿੱਚ ਸਿਰਫ ਤੇ ਸਿਰਫ ਝੂਠ ਹੈ, ਹੋਰ ਕੁਝ ਵੀ ਨਹੀਂ। ਕਿਉਂਕਿ ਜਾਣ ਵਾਲਾ ਹੈ, ਇਹ ਖਤਮ ਹੋਣ ਵਾਲਾ। ਪਰ ਸੰਸਾਰ ਮੰਨ ਰਿਹਾ ਵੀ ਨਹੀਂ, ਮੈਂ ਰਹਿਣਾ ਹੈ। ਸਤਿਗੁਰੂ ਕਹਿੰਦੇ, ਕਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ, ਨਾ ਕਛ ਆਇਬੋ ਨਾ ਕਛ ਜਾਇਬੋ, ਰਾਮ ਕੀ ਦੁਹਾਈ। ਕਹਿੰਦੇ ਮੈਂ ਸਿਰਫ ਉਸ ਮਾਲਕ ਪਰਮਾਤਮਾ ਦੇ ਅੱਗੇ ਇਹੀ ਅਰਦਾਸ ਕਰਦਾ ਹਾਂ, ਹੇ ਸਤਿਗੁਰੂ ਦਾਤਾ, ਜਿਹੜਾ ਤੇਰਾ ਨਾਮ ਹੈ ਨਾ, ਉਹ ਨਾਮ ਸਦੀਵ ਮੇਰੇ ਇਸ ਸਰੀਰ ਦੇ ਵਿੱਚ ਯਾਦ ਬਣ ਕੇ ਟਿਕ ਜਾਵੇ। ਰਾਮ ਕੀ ਦੁਹਾਈ, ਉਸ ਮਾਲਕ ਪਰਮਾਤਮਾ ਦੇ ਨਾਮ ਦੀ ਦੁਹਾਈ ਪਾਉਣੀ, ਯਾਦ ਕਰਨਾ, ਚੇਤਾ ਕਰਨਾ। ਦੁਹਾਈ ਦਾ ਅਰਥ ਹੈ ਚੇਤਾ ਕਰਨਾ। ਆਮ ਕਰਕੇ ਜਿਹੜੀ ਦੁਹਾਈ ਹੈ ਨਾ, ਦੁਹਾਈਆਂ ਪਾਉਣਾ, ਉਹ ਮ੍ਰਿਤਕ ਸਰੀਰ ਤੇ ਪਾਈ ਜਾਂਦੀ ਹੈ। ਕਹਿੰਦੇ ਇਸ ਨੂੰ ਹਮੇਸ਼ਾ ਮੰਨ ਕੇ ਚੱਲ, ਮੌਤ ਤੇਰੇ ਨਾਲ ਹੈ, ਮੌਤ ਤੇਰੇ ਨਾਲ ਹੈ, ਪਰਛਾਵੇਂ ਦੇ ਵਾਂਗੂ ਤੇਰੇ ਨਾਲ ਹੀ ਰਹੇਗੀ। ਇੱਕ ਦਿਨ ਇਸ ਨੇ ਤੇਰੇ ਸਰੀਰ ਨੂੰ ਜਿੱਤ ਲੈਣਾ। ਇਸ ਕਰਕੇ ਉਸ ਮਾਲਕ ਪਰਮਾਤਮਾ ਦੇ ਨਾਮ ਦੀ ਦੁਹਾਈ ਆਪ ਹੀ ਪਾ ਲੈ, ਦੂਜਿਆਂ ਦੇ ਪਾਉਣ ਤੋਂ ਪਹਿਲਾਂ। ਦੂਜਿਆਂ ਨੇ ਤਾਂ ਪਾਈ ਦੇਣੀ ਆ ਦੁਹਾਈ ਨਾ, ਪਰ ਉਹਨਾਂ ਦੇ ਪਾਉਣ ਤੋਂ ਪਹਿਲਾਂ ਆਪਣੇ ਅੰਦਰ ਆਪ ਹੀ ਦੁਹਾਈ ਪਾ ਲੈ। ਕਾਹਦੀ? ਪਰਮਾਤਮਾ ਦੇ ਨਾਮ ਦੀ। ਫਿਰ ਕੀ ਹੋਵੇਗਾ? ਨਾ ਕਛ ਆਏਬੋ ਨਾ ਕਛ ਜਾਏਬੋ, ਨਾ ਜੰਮੇਗਾ ਤੇ ਨਾ ਮਰੇਗਾ। ਜੰਮਣਾ ਮਰਨਾ ਤੇਰਾ ਕੱਟਿਆ ਜਾਣਾ ਜਦੋਂ ਪਰਮਾਤਮਾ ਦੇ ਨਾਮ ਦੇ ਵਿੱਚ ਤੂੰ ਜੁੜ ਗਿਆ ਤਾਂ। ਨਹੀਂ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਇਹ ਜਿਹੜਾ ਜਨਮ ਹੈ ਇਹ ਫਿਰ ਅਜਾਈਂ ਨਾ ਚਲਿਆ ਜਾਵੇ ਕਿਤੇ, ਕਿਉਂਕਿ ਤੇਰੇ ਕਰਮ ਹੀ ਇੱਦਾਂ ਦੇ ਨੇ। ਨਾਰਾਇਣ ਨਿੰਦਸ ਕਾਇ ਭੂਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ। ਕਹਿੰਦੇ ਹੇ ਨਾਰਾਇਣ, ਇਹ ਜਿਹੜੀ ਆ ਨਾ, ਇਹ ਨਿੰਦਸ ਆ, ਨਿੰਦਾ ਕਰਦੀ ਏ ਪਰਮਾਤਮਾ ਦੇ ਹੁਕਮ ਦੀ, ਉਸ ਹੁਕਮ ਨੂੰ ਨਹੀਂ ਮੰਨਦੀ। ਉਸ ਮਾਲਕ ਪਰਮਾਤਮਾ ਦੇ ਦੱਸੇ ਹੋਏ ਰਸਤੇ ਨੂੰ ਗਲਤ ਤਰੀਕੇ ਨਾਲ ਅਪਣਾਉਣਾ ਚਾਹੁੰਦੀ ਏ। ਇਹ ਕਾਇਆ ਸਰੀਰ, ਇਹ ਜੀਵਨ। ਕਹਿੰਦੇ ਇਸ ਕਰਕੇ ਇਹ ਭੂਲੀ ਤੇ ਗਵਾਰੀ ਹੈ।
ਇਹਦੇ ਕਰਮ ਨੇ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ, ਭੈੜੇ ਤੇ ਚੰਗੇ ਕਰਮਾਂ ਦਾ ਇਹਦੇ ਕੋਲੇ ਲੇਖਾ ਜੋਖਾ ਬਣ ਰਿਹਾ ਹੈ। ਹੁਣ ਉਹਨਾਂ ਹੀ ਕਰਮਾਂ ਦੇ ਕਰਕੇ ਇਸ ਸੰਸਾਰ ਦੇ ਵਿੱਚ ਇਹਨੂੰ ਫਲ ਮਿਲਣਾ ਹੈ। ਪਾਤਸ਼ਾਹ ਜੀ ਕਹਿੰਦੇ ਇਸ ਸਰੀਰ ਨੂੰ ਇਸ ਕਰਕੇ ਤੂੰ ਬਣਾ ਲੈ। ਕੀ ਕਹਿੰਦੇ? ਕਾਇਓ ਦੇਵਾ ਕਾਇਓ ਦੇਵਲ। ਇਹਨੂੰ ਕਾਇਓ ਪੜ੍ਹਨਾ, ਕਾਇਓ ਦਾ ਅਰਥ ਹੈ ਕਾਇਆ। ਜੇ ਕਾਇਓ ਪੜਾਂਗੇ ਕੱਲਾ ਫਿਰ ਇਹਦਾ ਬਣ ਜੂ ਕਾਇਓ ਦਾ ਅਰਥ ਹੈ ਕਿਹੋ ਜਿਹਾ ਜਾਂ ਕਿਆ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ। ਕਹਿੰਦੇ ਕਾਇਓ ਦੇਵਾ, ਕਹਿੰਦੇ ਇਸ ਕਾਇਆ ਦੀ ਖੋਜ ਕਰਨੀ ਹੀ ਦੇਵਤਾ ਹੈ। ਇਸ ਸਰੀਰ ਦੀ ਖੋਜ ਕਰਨੀ ਹੀ ਮੇਰਾ ਦੇਵਤਾ ਹੈ। ਉਸ ਖੋਜ ਨੂੰ ਹੀ ਆਪਣਾ ਦੇਵਤਾ ਬਣਾ ਲਾ। ਦੇਵਤਾ ਕਹਿੰਦੇ ਨੇ ਦੇਵੀ ਗੁਣਾਂ ਨੂੰ, ਚੰਗੇ ਗੁਣਾਂ ਨੂੰ ਦੇਵਤਾ ਕਹਿੰਦੇ ਨੇ। ਜਿਹਦੇ ਵਿੱਚ ਚੰਗੇ ਗੁਣ ਆ ਗਏ, ਦੈਵੀ ਗੁਣ ਆ ਗਏ, ਸ੍ਰੇਸ਼ਟ ਗੁਣ ਆ ਗਏ, ਉਹ ਦੇਵਤਾ ਹੈ। ਕੋਈ ਦੇਵਤਾ ਵੱਖਰੀਆਂ ਸ਼ਕਲਾਂ ਦਾ ਨਹੀਂ, ਕੋਈ ਵੱਖਰੇ ਅਸਮਾਨ ਤੇ ਨਹੀਂ ਰਹਿੰਦਾ। ਉਹ ਇਹੀ ਸਰੀਰ ਹੀ ਦੇਵਤਾ ਤੇ ਦੈਂਤ ਹੈ। ਜੇਕਰ ਇਹਦੇ ਵਿੱਚ ਮਾੜੇ ਭਾਵ ਨੇ, ਮਾੜੇ ਕਰਮ ਨੇ, ਇਹ ਦੈਂਤ ਹੈ। ਜੇਕਰ ਚੰਗਾ ਸੋਚਦਾ ਹੈ, ਚੰਗਾ ਕਰਦਾ ਹੈ, ਬੁਰੇ ਦਾ ਵੀ ਪਰ ਕਾ ਬੁਰਾ ਨਾ ਰਾਖੋ ਚੀਤ, ਪਰਾਏ ਦਾ ਬੁਰਾ ਵੀ ਮਨ ਦੇ ਵਿੱਚ ਨਹੀਂ ਰੱਖਣਾ। ਤੇ ਜੇਕਰ ਬੁਰਾ ਰੱਖਦਾ ਹੈ ਅੰਦਰ ਆਪਣੇ, ਤਾਂ ਸਤਿਗੁਰੂ ਕਹਿੰਦੇ ਫਿਰ ਉਸ ਨੂੰ ਕੋਈ ਤਰ੍ਹਾਂ ਦਾ ਸੁੱਖ ਪ੍ਰਾਪਤ ਨਹੀਂ ਹੋਵੇਗਾ। ਇਸ ਕਰਕੇ ਕਦੇ ਵੀ ਕਿਸੇ ਦਾ ਬੁਰਾ ਨਹੀਂ ਰੱਖਣਾ, ਆਪਣੇ ਮਨ ਦੇ ਵਿੱਚ ਹਮੇਸ਼ਾ ਚੰਗਾ ਰੱਖੋ। ਜੇ ਕਿਸੇ ਦਾ ਬੁਰਾ ਸੋਚਣਾ ਵੀ ਆ ਰਿਹਾ ਨਾ, ਪੈਦਾ ਵੀ ਹੋ ਰਿਹਾ, ਤਾਂ ਉੱਥੇ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹਿ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰੋ ਵੀ ਸਤਿਗੁਰੂ ਦਾਤਾ ਸਰਬੱਤ ਦਾ ਭਲਾ ਹੀ ਤੂੰ ਮੰਗਣਾ ਸਿਖਾਇਆ। ਫਿਰ ਕੀ ਹੋ ਗਿਆ? ਉਹ ਮੇਰਾ ਬੁਰਾ ਚਾਹੁੰਦਾ, ਪਰ ਮੇਰੇ ਮੁਖ ਤੋਂ ਕਦੇ ਵੀ ਉਹਦਾ ਬੁਰਾ ਨਾ ਹੋਵੇ। ਹੱਥਾਂ ਨਾਲ ਤਾਂ ਕਰਨਾ ਕੀ ਹੈ, ਕਦੇ ਮੁਖ ਕਰਕੇ ਮਨ ਕਰਕੇ ਵੀ ਮੈਥੋਂ ਬੁਰਾ ਨਾ ਹੋਵੇ। ਫਿਰ ਸਤਿਗੁਰੂ ਦੀ ਕਿਰਪਾ ਹੋਵੇਗੀ, ਇਹ ਸਰੀਰ ਦੇਵਤਾ ਬਣ ਜਾਵੇਗਾ। ਕਹਿੰਦੇ ਖੋਜ ਕਰਨੀ ਸਰੀਰ ਨੂੰ, ਇਹ ਦੇਵਤਾ ਬਣਾ ਲਿਆ। ਅੱਗੇ ਕਹਿੰਦੇ ਨੇ ਕਾਇਓ ਦੇਵਲ। ਦੇਵਲ ਦਾ ਅਰਥ ਹੈ ਮੰਦਰ, ਇਹ ਸਰੀਰ। ਕਹਿੰਦੇ ਹੁਣ ਮੇਰੇ ਲਈ ਖੋਜ ਜਿਹੜਾ ਹੈ ਨਾ, ਸਰੀਰ ਦੀ ਖੋਜ ਕਰਨਾ ਹੀ ਇੱਕ ਮੇਰਾ ਇਹ ਮੰਦਰ ਹੈ ਜਿਸ ਦੀ ਮੈਂ ਖੋਜ ਕਰਨੀ ਹੈ। ਅੱਗੇ ਕਹਿੰਦੇ ਨੇ ਕਾਇਓ ਜੰਗਮ ਜਾਤੀ। ਜਾਤੀ ਦਾ ਅਰਥ ਹੈ ਯਾਤਰੀ, ਤੇ ਜੰਗਮ ਦਾ ਅਰਥ ਹੈ ਜਿਨ੍ਹਾਂ ਦੇ ਵੀ ਸਿਰ ਉੱਤੇ ਪਰਮਾਤਮਾ ਜੀ ਦਾ ਹੁਕਮ ਹਮੇਸ਼ਾ ਬਣਿਆ ਰਹਿੰਦਾ ਹੈ। ਜੰਗਮ ਆਮ ਕਰਕੇ ਜਿਹੜੇ ਜੰਗਮ ਨੇ ਇਸ ਦੁਨੀਆ ਦੇ ਵਿੱਚ ਕਹਾਉਂਦੇ ਜੰਗਮ ਲੋਕ, ਉਹ ਕੀ ਕਰਦੇ ਨੇ? ਸਿਰ ਤੇ ਮੋਰ ਖੰਭ ਜੇ ਲਾ ਕੇ ਉਹ ਫਿਰ ਗਾਉਂਦੇ ਫਿਰਦੇ ਹੁੰਦੇ ਨੇ, ਉਸਤਤ ਕਰਦੇ ਨੇ, ਵਡਿਆਈਆਂ ਕਰਦੇ ਨੇ ਵੀ ਕੁਝ ਮਿਲ ਜਾਵੇਗਾ, ਕੁਝ ਦਿੱਤਾ ਜਾਵੇਗਾ, ਲੈਤਾ ਜਾਵੇਗਾ। ਦੁਆਵਾਂ ਦਿੰਦੇ ਨੇ, ਮਾਇਆ ਇਕੱਠੀ ਕਰਦੇ ਨੇ। ਉਹ 5-5 4-4 ਜਾਣੇ ਇਕੱਠੇ ਹੋ ਕੇ ਫਿਰ ਨਾਲੇ ਸਾਜ਼ ਵਜਾਉਂਦੇ ਨੇ, ਨਾਲੇ ਗਾਉਂਦੇ ਨੇ। ਕਹਿੰਦੇ ਬਸ ਇਸ ਕਰਕੇ ਵੀ ਇਸ ਸਰੀਰ ਨੂੰ ਯਾਤਰੀ ਬਣਾ ਕੇ ਜੰਗਮ ਬਣਾ ਲੈ, ਹਮੇਸ਼ਾ ਉਸ ਪਰਮਾਤਮਾ ਦੇ ਨਾਮ ਨੂੰ ਗਾਉਂਦਾ ਰਹੇ। ਉਸ ਮਾਲਕ ਪਰਮਾਤਮਾ ਦੇ ਦਰ ਤੋਂ ਮੰਗ, ਮਨੁੱਖਾਂ ਕੋਲੇ ਜਾ ਕੇ ਨਾ ਮੰਗ। ਜਦੋਂ ਉਸ ਮਾਲਕ ਦੇ ਦਰ ਤੋਂ ਮੰਗੇਗਾ, ਉੱਥੋਂ ਸਾਰਾ ਕੁਝ ਤੈਨੂੰ ਮਿਲ ਜਾਣਾ ਹੈ। ਕਾਇਓ ਧੂਪ ਦੀਪ ਨਹੀਂ ਵੇਦਾ, ਕਾਇਓ ਪੂਜੋ ਪਾਤੀ। ਕਹਿੰਦੇ ਇਹ ਸਰੀਰ ਦੀ ਖੋਜ ਹੀ ਕਰਨੀ ਅੰਦਰ ਵਾਸਤੇ ਜਿਹੜਾ ਦੇਵਤਾ ਵਸਦਾ ਹੈ ਨਾ, ਦੇਵੀ ਗੁਣ ਨੇ ਚੰਗੇ ਵਸਦੇ, ਉਹਦੇ ਲਈ ਧੂਪ ਕੀ ਹੈ ਤੇ ਨਾਰੀਅਲ ਕੀ ਹੈ, ਦੀਵਾ ਕੀ ਹੈ? ਕਹਿੰਦੇ ਕਾਇਆ ਦੀ ਖੋਜ ਕਰਕੇ ਹੀ ਇਸ ਵਿੱਚ ਚੰਗੇ ਗੁਣਾਂ ਦੀ ਜੋਤ ਜਗਾਉਣੀ ਹੈ। ਚੰਗੇ ਗੁਣਾਂ ਦੀ ਮਹਿਕ ਹੀ ਧੂਪ ਬਣ ਕੇ ਚੱਲੇਗੀ। ਚੰਗੇ ਗੁਣਾਂ ਦੀ ਖੁਰਾਕ ਹੀ ਤੁਹਾਡੇ ਲਈ ਨਾਰੀਅਲ ਬਣੇਗਾ। ਹੁਣ ਚੰਗੇ ਗੁਣ ਤਾਂ ਹੈ ਨਹੀਂ, ਨਾਰੀਅਲ ਵੀ ਰੱਖ ਲਓ, ਉਹ ਰੱਖੇ ਦਾ ਵੀ ਕੀ ਲਾਭ ਹੈ? ਜੋਤ ਵੀ ਬਾਲ ਦਿੱਤੀ, ਆਪਣੇ ਅੰਦਰ ਚੰਗਾ ਨਹੀਂ, ਆਪਣੇ ਖੁਦ ਸਕਿਆਂ ਦਾ ਹੀ ਅਸੀਂ ਮਾੜਾ ਸੋਚ ਰਹੇ ਹਾਂ। ਕਈ ਵਾਰ ਤਾਂ ਇਹ ਵੀ ਹੁੰਦਾ ਨਾ ਵੀ ਅਰਦਾਸਾਂ ਹੀ ਪਰਮਾਤਮਾ ਅੱਗੇ ਹੁੰਦੀਆਂ ਨੇ ਵੀ ਉਹਦੀ ਜ਼ਮੀਨ ਦਾ ਹਿੱਸਾ ਵੀ ਉਹ ਛੇਤੀ ਬਿਮਾਰ ਪਿਆ, ਛੇਤੀ ਮਰੇ, ਮੈਨੂੰ ਮਿਲ ਜਾਵੇ। ਐਦਾਂ ਹੁੰਦਾ ਨਾ, ਘਰੋਂ ਹਜੇ ਲਾਸ਼ ਗਈ ਹੁੰਦੀ ਹੈ, ਪਿੱਛੋਂ ਅਲਮਾਰੀਆਂ ਦੇ ਜਿੰਦੇ ਭੰਨੇ ਜਾਂਦੇ ਨੇ, ਪੇਟੀਆਂ ਖੁੱਲ੍ਹ ਜਾਂਦੀਆਂ ਨੇ ਵੀ ਛੇਤੀ ਵੰਡ ਵੰਡੇਰਾ ਕਰ ਲਓ, ਮੁੜ ਕੇ ਰੌਲਾ ਪੈ ਜਾਣਾ। ਹਜੇ ਗਏ ਨੂੰ 1 ਘੰਟਾ ਵੀ ਨਹੀਂ ਹੋਇਆ ਬੰਦੇ ਨੂੰ ਫੂਕੇ ਨੂੰ, ਫਿਰ ਉਹ ਕਿਰਿਆਵਾਂ ਕਰਨ ਦਾ ਵੀ ਕੀ ਲਾਭ? ਕਹਿੰਦੇ ਜੇਕਰ ਤੂੰ ਦੀਵਾ ਚਲਾਉਣਾ ਹੈ ਨਾ, ਤਾਂ ਆਪਣੇ ਅੰਦਰ ਚੰਗੇ ਗੁਣਾਂ ਦਾ ਦੀਵਾ ਚਲਾ ਲੈ।
ਜੇਕਰ ਧੂਫ ਲਾਉਣੀ ਹੈ ਨਾ, ਤੂੰ ਆਪਣੇ ਅੰਦਰ ਚੰਗੇ ਗੁਣਾਂ ਦੀ ਧੂਫ ਲਾ ਲੈ, ਤਾਂ ਕਿ ਉਹਦੀ ਮਹਿਕ ਹੈ, ਜਿਹੜੀ ਖੁਸ਼ਬੂ ਹੈ, ਉਹ ਸਾਰੇ ਕਿਤੇ ਫੈਲ ਕੇ ਦੂਜਿਆਂ ਨੂੰ ਵੀ ਖੁਸ਼ਬੂ ਵੰਡੇ। ਹੁਣ ਅਸੀਂ ਧੂਫ ਕਿਹੜੀ ਲਾਈ ਹੋਈ ਹੈ, ਸੋਚ ਕੇ ਵੇਖੋ। ਸਾਡੀ ਲਾਈ ਹੋਈ ਜਿਹੜੀ ਕਰਮਾਂ ਦੀ ਧੂਫ ਹੈ, ਉਹ ਕੀ ਬਣ ਰਹੀ ਹੈ ਲੋਕਾਂ ਨੂੰ? ਸੁਗੰਧੀ ਬਣ ਰਹੀ ਹੈ ਕਿ ਨਹੀਂ ਬਣ ਰਹੀ, ਕਿ ਦੁਰਗੰਧੀ ਦੇ ਰਹੀ ਹੈ? ਇਹ ਤਾਂ ਹੁਣ ਆਪਣੇ ਅੰਦਰ ਵਿਚਾਰ ਕਰਨਾ। ਸਾਡੇ ਅੰਦਰ ਬਲਦੀ ਹੋਈ ਗੁਣਾਂ ਦੀ ਜੋਤ ਕਿਸੇ ਨੂੰ ਸੁੱਖ ਦੇ ਰਹੀ ਹੈ, ਕਿਸੇ ਨੂੰ ਦੁੱਖ ਦੇ ਰਹੀ ਹੈ, ਇਹ ਅਸੀਂ ਆਪਣੇ ਅੰਦਰ ਵੇਖਣਾ। ਸਾਡੇ ਚੰਗੇ ਗੁਣ ਕਿਸੇ ਦੀ ਖੁਰਾਕ ਬਣ ਰਹੇ ਨੇ ਕਿ ਸਾਡੇ ਔਗਣ ਕਿਸੇ ਨੂੰ ਖਰਾਬ ਕਰ ਰਹੇ ਨੇ, ਕਿਉਂਕਿ ਔਗਣ ਵੀ ਖਾਧੇ ਜਾਂਦੇ ਨੇ ਤੇ ਗੁਣ ਵੀ ਖਾਧੇ ਜਾਂਦੇ ਨੇ। ਹੁਣ ਦੋਨੇ ਚੀਜ਼ਾਂ ਹੀ ਖਾਣ ਦੇ ਵਿੱਚ ਨਹੀਂ ਗੀਆਂ, ਚੰਗਾ ਵੀ ਹੈ ਮਾੜਾ ਵੀ ਹੈ, ਔਗਣ ਵੀ ਹੈ ਗੁਣ ਵੀ ਹੈ। ਹੁਣ ਜੇਕਰ ਅਸੀਂ ਗੁਣ ਵੰਡਾਂਗੇ, ਉਹ ਗੁਣਾਂ ਨੂੰ ਲੈ ਕੇ ਕੋਈ ਜੀਵਨ ਵਿੱਚ ਸੁਧਰ ਜਾਵੇਗਾ, ਉਹਦਾ ਸਮਾਜ ਵਿੱਚ ਵੀ ਨਾਂ ਹੋਵੇਗਾ ਵੀ ਹਾਂ, ਜਦੋਂ ਜਾਵੇਗਾ ਇਸ ਸੰਸਾਰ ਤੋਂ ਤਾਂ ਉਦੋਂ ਇਕੱਲੇ ਆਪਣੇ ਨਹੀਂ, ਕਈ ਉਹ ਲੋਕ ਵੀ ਵਿੱਚ ਸ਼ਾਮਲ ਹੋਣਗੇ, ਸੱਚੀਆਂ ਚੰਗੀਆਂ ਗੱਲਾਂ ਨੂੰ ਯਾਦ ਕਰਨ ਵਾਲੇ ਵੀ। ਇਹ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਿਆ। ਪਰ ਨਾਲ ਇਹ ਵੀ ਹੋਵੇਗਾ ਵੀ ਜੇਕਰ ਜ਼ਿੰਦਗੀ ਦੇ ਵਿੱਚ ਔਗਣ ਨੇ, ਵਿਕਾਰ ਕਮਾਏ ਨੇ, ਫਿਰ ਉੱਥੇ ਇਹ ਵੀ ਕਹਿਣ ਵਾਲੇ ਹੋਣਗੇ ਵੀ ਸਾਰੀ ਜ਼ਿੰਦਗੀ ਇਹਨੇ ਧੰਦਿਆਂ ਦੇ ਵਿੱਚ ਹੀ ਲੰਘਾ ਦਿੱਤੀ, ਮਾੜੇ ਕੰਮਾਂ 'ਚ ਲੰਘਾ ਦਿੱਤੀ, ਜਾਂਦਾ ਹੋਇਆ ਹੀ ਚੰਗਾ ਕੰਮ ਕਰ ਜਾਂਦਾ। ਕਿਉਂ? ਕਿਉਂਕਿ ਉਹਦੇ ਗੁਣਾਂ ਦੀ ਵਿਚਾਰ ਹੋਣੀ ਹੈ, ਔਗਣਾਂ ਦੀ ਵਿਚਾਰ ਹੋਣੀ ਹੈ। ਸਤਿਗੁਰੂ ਕਹਿੰਦੇ, ਮੇਰੇ ਲਈ ਚੰਗੇ ਗੁਣ ਹੀ ਮੇਰੇ ਸਰੀਰ ਦੇ ਅੰਦਰ ਮੱਚਦੀ ਹੋਈ ਜੋਤ ਹੈ, ਚੱਲਦੀ ਹੋਈ ਧੂਫ ਹੈ, ਖੁਰਾਕ ਹੈ ਮੇਰੇ ਲਈ ਨਾਰੀਅਲ। ਇੱਥੇ ਮੈਂ ਇੱਕ ਹੋਰ ਵੀ ਗੱਲ ਕਰ ਦੇਵਾਂ, ਜਿਹੜਾ ਆਪਣੇ ਅੰਦਰ ਵੀ ਮਲਕੀ ਇਹ ਚੱਲਦਾ ਹੈ ਨਾ, ਜਿਵੇਂ ਵੀ ਜੋਤ ਲਾਉਣੇ ਆ, ਧੂਫ ਲਾਉਣੇ ਆ ਤੇ ਨਾਰੀਅਲ ਰੱਖਿਆ ਜਾਂਦਾ ਕੁੰਭ ਦੇ ਉੱਤੇ। ਸੂਰਜ ਪ੍ਰਕਾਸ਼ ਦੇ ਕਰਤੇ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਨੇ ਆਪਣੇ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ, ਜਿੱਥੇ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਲਿਖਿਆ ਹੈ ਨਾ, ਉਹਦੇ ਵਿੱਚ ਇਹ ਗੱਲ ਸਪਸ਼ਟ ਕੀਤੀ ਹੈ ਉਹਨਾਂ ਨੇ। ਉਹ ਗੱਲ ਵੱਖਰੀ ਵੀ ਅਸੀਂ ਜ਼ਿਆਦਾਤਰ ਲਕੀਰ ਦੇ ਫਕੀਰ ਬਣੇ ਹੋਏ ਹਾਂ। ਉਹਨਾਂ ਨੇ ਇਹ ਗੱਲ ਦੱਸੀ ਆ, ਕਹਿੰਦੇ ਵੀ ਇਤਿਹਾਸ ਦੇ ਪੰਨਿਆਂ ਦੇ ਉੱਤੇ ਇੱਕ ਉਹ ਪੰਨਾ ਹੈ ਜਿਨ੍ਹਾਂ ਪੰਨਿਆਂ ਦੇ ਉੱਤੇ ਸਿੱਖਾਂ ਦੇ ਉਹ ਹਾਲਾਤ ਨੇ ਜਦੋਂ ਸਿੱਖਾਂ ਕੋਲੇ ਨਾ ਘਰ ਸੀ ਨਾ ਘਾਟ ਸੀ, ਨਾ ਹੀ ਆਪਣਾ ਕੋਈ ਰਹਿਣ ਬਸੇਰਾ ਸੀ, ਸਿਰਫ ਕੋਠੀਆਂ ਨਾ ਕਾਰਾਂ ਸੀ, ਕੁਛ ਵੀ ਨਹੀਂ ਸੀ, ਸਿਰਫ ਘੋੜਿਆਂ ਦੀਆਂ ਕਾਠੀਆਂ ਹੀ ਘਰ ਸੀ। ਜੰਗਲਾਂ ਦੇ ਵਿੱਚ ਬਸੇਰਾ ਸੀ, ਤੇ ਜੰਗਲਾਂ ਦੇ ਵਿੱਚ ਬਸੇਰੇ ਸਮੇਂ ਇਹ ਸੀ ਵੀ ਪਤਾ ਨਹੀਂ ਕਿੱਧਰੋਂ ਕਿਹਨੇ ਹਮਲਾ ਕਰ ਦੇਣਾ। ਜਦੋਂ ਦੁਸ਼ਮਣੀ ਇੰਨੇ ਸੀਗੇ, ਹਰ ਪਾਸਿਓਂ ਪੂਰੇ ਚੜ੍ਹ ਕੇ ਆਉਂਦੇ ਸੀ, ਇੱਥੋਂ ਤੱਕ ਵੀ ਸੀ ਵੀ ਜੰਗਲਾਂ ਨੂੰ ਅੱਗ ਵੀ ਲਾ ਦਿੰਦੇ ਸੀ ਵੀ ਵਿੱਚੇ ਸਿੱਖ ਮੱਚ ਕੇ ਮਰ ਜਾਣਗੇ, ਇੱਥੋਂ ਤੱਕ ਵੀ ਸੀ। ਹੁਣ ਜਦੋਂ ਸਮਾਂ ਉਹ ਸੀ, ਉਹ ਸਮੇਂ ਦੇ ਵਿੱਚ ਪਹਿਲਾਂ ਸੀ ਸਿੱਖ ਸਿੰਘ ਸੀ ਜਿਹੜੇ ਗੁਰੂ ਕੇ ਪਿਆਰੇ ਸੀ, ਉਹ ਕਰਦੇ ਹੁੰਦੇ ਸੀ ਬਾਣੀ ਦਾ ਨਿਰੰਤਰ ਪਾਠ। ਆ ਗੁਰੂ ਸਾਹਿਬ ਦੇ 52 ਬਚਨ ਨਾ ਸੱਚਖੰਡ ਦੇ ਸ਼ੀਸ਼ੇ ਉੱਤੇ ਲਾਏ ਹੋਏ ਨੇ, ਇਹਨੂੰ ਪੜ੍ਹ ਕੇ ਵੇਖਿਓ। ਇਹਦੇ ਵਿੱਚ ਲਿਖਿਆ ਹੋਇਆ ਇੱਕ ਬਚਨ ਵੀ ਸਿੱਖ ਦਾ ਸਹਿਜ ਪਾਠ ਹਮੇਸ਼ਾ ਚੱਲਦਾ ਰਹਿਣਾ ਚਾਹੀਦਾ, ਕਦੇ ਵੀ ਬੰਦ ਨਹੀਂ ਹੋਣਾ ਚਾਹੀਦਾ। ਤੇ ਉਹ ਇਹੀ ਸੀ ਵੀ ਹਰ ਰੋਜ਼ ਸਿੱਖ ਪਾਠ ਨਿਰੰਤਰ ਬਾਣੀ ਦਾ ਕਰਦੇ ਸੀ। ਉਹਨਾਂ ਦੇ ਕੋਲੇ ਪੋਥੀਆਂ ਦੇ ਰੂਪ ਦੇ ਵਿੱਚ ਵੀ ਛੋਟੇ ਭਾਗਾਂ ਦੇ ਵਿੱਚ 10 ਗ੍ਰੰਥੀ, 10 ਬਾਣੀਆਂ ਵਿੱਚ ਚੋਣਵੀਆਂ ਹੁੰਦੀਆਂ ਸੀ, 5 ਗ੍ਰੰਥੀ ਹੁੰਦੀ ਸੀ, ਉਹ ਪਾਠ ਕਰਦੇ ਰਹਿੰਦੇ ਸੀ ਨਿਰੰਤਰ, ਹਰ ਸਮੇਂ ਜਿੱਥੇ ਵੀ ਸਮਾਂ ਲੱਗਦਾ ਸੀ, ਵੇਲ ਮਿਲਦੀ ਸੀ। ਤੇ ਉਹ ਸਮਾਂ ਜਿਹੜਾ ਜੰਗਲਾਂ ਦਾ, ਜੰਗਾਂ ਦਾ, ਯੁੱਧਾਂ ਦਾ ਆਇਆ ਨਾ, ਜਿੱਥੇ ਪਤਾ ਹੀ ਨਹੀਂ ਵੀ ਕਿਹੜੀ ਘੜੀ ਯੁੱਧ ਹੋ ਜਾਵੇ, ਉਦੋਂ ਫਿਰ ਸਿੰਘਾਂ ਨੇ ਫੈਸਲਾ ਕੀਤਾ ਵੀ ਜੇਕਰ ਜੰਗਾਂ ਯੁੱਧ ਤਾਂ ਕਰਨਾ ਹੀ ਆ, ਚਲੋ ਜਦੋਂ ਦੁਸ਼ਮਣ ਚੜ੍ਹ ਕੇ ਹੀ ਆ ਗਿਆ ਫਿਰ ਤਾਂ ਹਥਿਆਰ ਖੜਕਾਉਣਾ ਹੀ ਆ, ਸ਼ਸਤਰ ਚਲਾਉਣਾ ਹੀ ਹੈ, ਵੀ ਇੱਦਾਂ ਕਰੀਏ ਵੀ ਆਪਾਂ ਨੇੜੇ ਕਿਤੇ ਲੱਭ ਕੇ ਨਗਰ ਦੇ ਵਿੱਚੋਂ ਜਿੱਥੇ ਸਰੂਪ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦਾ ਲੈ ਕੇ ਆਈਏ। ਉਹ ਫਿਰ ਸਰੂਪ ਇੱਕ ਘੋੜੇ ਉੱਤੇ ਪਾਲਕੀ ਬਣਾ ਕੇ ਬਕਾਇਦਾ ਉਹ ਸਰੂਪ ਰੱਖਦੇ ਸੀ, ਜਾਂ ਹਾਥੀ ਹੁੰਦਾ ਸੀ ਕੋਲੇ, ਉਹਦੇ ਉੱਤੇ ਉਹ ਪਾਲਕੀ ਬਣਾ ਕੇ ਰੱਖਦੇ ਸੀ। 2 ਸਿੰਘ ਹਮੇਸ਼ਾ ਨਿਰੰਤਰ ਕੋਲ ਰਹਿੰਦੇ ਸੀ। ਤੇ ਉਸ ਤੋਂ ਬਾਅਦ ਉਹ ਜੰਗਲਾਂ ਦੇ ਵਿੱਚ ਹੁੰਦੇ ਸੀ, ਉਦੋਂ ਥੱਲੇ ਵੱਡਾ ਇੱਕ ਘੋਰਨਾ ਪੱਟ ਕੇ ਨਾ ਧਰਤੀ ਦੇ ਵਿੱਚ, ਘਣੇ ਜੰਗਲ ਦੇ ਵਿੱਚ, ਸੰਘਣੇ ਜੰਗਲ ਦੇ ਵਿੱਚ, ਉਹ ਫਿਰ ਉੱਥੇ ਸਾਫ਼ ਸਫਾਈ ਕਰਕੇ, ਪੱਤਿਆਂ ਦੀ ਦਰਖਤਾਂ ਤੋਂ ਪੱਤੇ ਝਾੜ ਕੇ ਉਹਦੀ ਵਿਛਾਈ ਕਰਕੇ ਉੱਥੇ ਪਾਲਕੀ ਰੱਖ ਕੇ ਫਿਰ ਪਾਠ ਕਰਿਆ ਕਰਦੇ ਸੀ। 5 ਸਿੰਘ, 7 ਸਿੰਘ, 10 ਸਿੰਘ ਪਾਠ ਲਈ ਹੁੰਦੇ ਸੀ, ਕਿਉਂਕਿ ਪਾਠ ਹੁਣ ਸਹਿਜ ਨਹੀਂ, ਹੁਣ ਪਾਠ ਲਗਾਤਾਰ ਕਰਨਾ ਪੈਣਾ ਸੀ, ਕਿਉਂਕਿ ਵੀ ਛੇਤੀ
ਪਾਠ ਹੋ ਜਾਵੇ, ਭੋਗ ਪੈ ਜਾਵੇ, ਫਿਰ ਹੋਰ ਆਰੰਭ ਹੋ ਜਾਵੇ, ਨਹੀਂ ਤੇ ਜੰਗਾਂ ਦਾ ਤਾਂ ਪਤਾ ਹੀ ਨਹੀਂ ਕਿਹੜੇ ਸਿੰਘ ਨੇ ਕਦੋਂ ਜੰਗ ਦੇ ਵਿੱਚ ਜੂਝਦਿਆਂ ਸ਼ਹੀਦੀ ਪਾ ਜਾਣੀ ਹੈ। ਉਹਨਾਂ ਨੇ ਫਿਰ ਉੱਥੇ ਜੰਗਲਾਂ ਦੇ ਵਿੱਚ, ਉਦੋਂ ਕਿਹੜਾ ਲਾਈਟ ਸੀ, ਬਲਬ ਸੀਗੇ, ਲਾਈਟ ਤਾਂ ਵੀ ਬਾਅਦ ਦੇ ਵਿੱਚ ਨਿਰਮਾਣ ਹੋਇਆ 1800 ਈਸਵੀ ਤੋਂ ਵੀ ਕਿਤੇ ਅੱਧੀ ਸਦੀ ਲੰਘੀ ਤੋਂ ਬਾਅਦ, 1900 ਦੇ ਆਰੰਭ ਤੋਂ ਵੀ ਬਾਅਦ ਕਿਤੇ ਜਾ ਕੇ ਲਾਈਟ ਪੈਦਾ ਹੋਈ ਹੈ। ਤੇ ਉਦੋਂ ਫਿਰ ਕੀ ਹੁੰਦਾ ਸੀ, ਘਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਪਸ਼ੂ ਹੁੰਦੇ ਸੀ ਰੱਖੇ, ਦੁੱਧ ਘਿਓ ਆਮ ਹੁੰਦਾ ਸੀ। ਜਿਹੜਾ ਦੇਸੀ ਘਿਓ ਹੈ ਇਹਦਾ ਧੂੰਆਂ ਨਹੀਂ ਹੁੰਦਾ ਸੀ ਕਦੇ ਵੀ, ਇਹਦੀ ਲੋਅ ਆ ਜਿਹੜੀ ਬੜੀ ਸਾਫ਼ ਸੁਥਰੀ ਹੁੰਦੀ ਸੀ, ਧੂੰਆਂ ਨਹੀਂ ਕਰਦੀ ਸੀ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰੇ ਪਾਸੇ ਨਾ, ਇਹ ਤਿੰਨ ਪਾਸੇ ਦੀਵੇ ਵਾਲੇ ਜਾਂਦੇ ਸੀ, ਜੋਤਾਂ ਲਾਈਆਂ ਜਾਂਦੀਆਂ ਸੀ, ਜੋਤ ਕਹਿ ਲਓ ਉਹਨੂੰ, ਦੀਵਾ ਕਹਿ ਲਓ, ਬੱਤੀ ਕਹਿ ਲਓ, ਉਹ ਚਾਰੇ ਪਾਸੇ ਵਾਲੀ ਜਾਂਦੀ ਸੀ। ਗੁਰੂ ਗ੍ਰੰਥ ਸਾਹਿਬ ਦੇ ਉੱਤੇ ਚਾਨਣ ਸਾਰੇ ਪਾਸਿਆਂ ਤੋਂ ਪਵੇ, ਪਰਛਾਵਾਂ ਨਾ ਪਵੇ ਜੇ ਇੱਕ ਪਾਸੇ ਲੱਗਿਆ ਹੋਵੇਗਾ। ਇੱਕ ਵੱਡੀ ਜੋਤ ਨੂੰ, ਇੱਕ ਵੱਡੇ ਦੀਵੇ ਨੂੰ ਲਾ ਕੇ ਜ਼ਿਆਦਾ ਘਿਓ ਪਾ ਕੇ ਉਹਨੂੰ ਇੱਕ ਪਾਸੇ ਰੱਖ ਦਿੰਦੇ ਸੀ ਵੀ ਜਿੱਥੇ ਇਹ ਬੁਝੇ ਨਾ। ਜੇਕਰ ਹਵਾ ਚੱਲਦੀ ਦੂਜੇ ਪਾਸੇ ਲੱਗੇ ਹੋਏ ਦੀਵੇ ਬੁਝ ਗਏ, ਉਹ ਜੋਤ ਨੂੰ ਉਸ ਜੋਤ ਤੋਂ ਲਾ ਕੇ ਫਿਰ ਰੱਖ ਦਿੱਤਾ ਜਾਵੇ। ਸਮਾਂ ਸੀ, ਉਵੇਂ ਅਪਣਾਇਆ ਉਹਨਾਂ ਨੇ, ਕੀਤਾ ਜੋ ਕਰਨਾ ਪਿਆ। ਫਿਰ ਅੱਗੇ ਲਿਖਦੇ ਨੇ ਸੰਤੋਖ ਸਿੰਘ ਜੀ ਚੂੜਾਮਣੀ, ਕਹਿੰਦੇ ਨਾਰੀਅਲ ਜੰਗਲਾਂ ਦੇ ਵਿੱਚੋਂ ਆਮ ਮਿਲ ਜਾਂਦੇ ਸੀ, ਹੋਰ ਕੋਈ ਵੀ ਫਲ ਫਰੂਟ ਖਾ ਕੇ ਛੇਤੀ ਭੁੱਖ ਲੱਗ ਜਾਂਦੀ ਹੈ। ਇੱਕ ਨਾਰੀਅਲ ਭੋਜਨ ਇਹੋ ਜਿਹਾ ਜਿਸ ਨੂੰ ਖਾ ਕੇ ਛੇਤੀ ਭੁੱਖ ਨਹੀਂ ਲੱਗਦੀ। ਇਸ ਕਰਕੇ ਨਾਰੀਅਲ ਜੇ ਸੀ ਜਿਹੜਾ ਉਹ ਇਕੱਠੇ ਕਰਕੇ ਕੋਲ ਲਿਆਂਦੇ ਜਾਂਦੇ ਸੀ ਵੀ ਜਿਹੜੇ ਸਿੰਘ ਨੇ ਪਾਠ ਕਰਨਾ ਉਹ ਨਾਰੀਅਲ ਖਾ ਕੇ ਬੈਠੇ, ਤਾਂ ਕਿ ਲਗਾਤਾਰ 2 ਘੰਟੇ 4 ਘੰਟੇ 5 ਘੰਟੇ ਉਹ ਨਿਤਨੇਮ ਕਰਦਾ ਰਹੇ, ਪਾਠ ਕਰਦਾ ਰਹੇ, ਗੁਰਬਾਣੀ ਪੜ੍ਹਦਾ ਰਹੇ। ਪਾਣੀ ਦੇ ਘੜੇ ਲਿਆਂਦੇ ਹੁੰਦੇ ਸੀ, ਭਰ ਕੇ ਰੱਖੇ ਹੁੰਦੇ ਸੀ, ਮਸ਼ਕਾਂ ਭਰ ਕੇ ਰੱਖੀਆਂ ਹੁੰਦੀਆਂ ਸੀ, ਤਾਂ ਕਿ ਦੂਰੋਂ ਨਦੀਆਂ ਤੋਂ ਪਾਣੀ ਲਿਆਉਣਾ ਪੈਂਦਾ ਸੀ। ਉਦੋਂ ਨਲਕੇ ਨਹੀਂ ਸੀ, ਮੋਟਰਾਂ ਨਹੀਂ ਸੀ, ਸਬਮਰਸੀਬਲ ਨਹੀਂ ਸੀ, ਕੋਈ ਟੂਟੀਆਂ ਦਾ ਵੀ ਪ੍ਰਬੰਧ ਨਹੀਂ ਸੀ। ਹੁਣ ਉੱਥੇ ਇਕੱਠਾ ਪਾਣੀ ਲੈ ਆਉਂਦੇ ਸੀ ਵੀ 5-7 ਦਿਨ ਲੋੜ ਨਾ ਪਵੇ। ਪਾਣੀ ਉਹਦੇ ਨਾਲ ਹੱਥ ਪੈਰ ਵੀ ਧੋਣੇ, ਇਸ਼ਨਾਨ ਵੀ ਕਰਨਾ, ਪੀਣ ਦੇ ਲਈ ਵੀ ਵਰਤਣਾ, ਲੰਗਰਾਂ ਦੇ ਵਿੱਚ ਵੀ ਵਰਤੋਂ ਆਉਂਦੀ ਸੀ। ਹੁਣ ਇਹ ਤਰੀਕਾ ਸੀ ਉਦੋਂ ਅਪਣਾਉਣ ਦਾ, ਪਰ ਸਮੇਂ ਦੇ ਨਾਲ ਨਾਲ ਜਿਹੜਾ ਬਾਕੀ ਸੀ ਉਹ ਆਸੇ ਪਾਸੇ ਵਾਲਾ ਤਾਂ ਖਤਮ ਹੋ ਗਈਆਂ, ਲਾਈਟਾਂ ਆ ਗਈਆਂ, ਪਾਣੀ ਵੀ ਦੂਜਾ ਸਾਡੇ ਕੋਲੇ ਨਹਾਉਣ ਨੂੰ, ਵਰਤਣ ਨੂੰ, ਪੀਣ ਨੂੰ, ਭੋਜਨ ਖਾਣ ਨੂੰ 36 ਪ੍ਰਕਾਰ ਦੇ ਭੋਜਨ ਬਣ ਗਏ। ਪਰ ਉਹ ਜਿਉਂ ਦਾ ਤਿਉਂ ਕੁਝ ਚੀਜ਼ਾਂ ਉਵੇਂ ਹੀ ਚੱਲੀਆਂ ਆ ਰਹੀਆਂ ਨੇ, ਚਲਾਈਆਂ ਜਾ ਰਹੀਆਂ ਨੇ। ਠੀਕ ਆ, ਇਹਦੇ ਵਿੱਚ ਲਾਉਣ ਦੇ ਨਾਲ ਜਾਂ ਨਾ ਲਾਉਣ ਦੇ ਨਾਲ, ਰੱਖਣ ਦੇ ਨਾਲ ਜਾਂ ਨਾ ਰੱਖਣ ਦੇ ਨਾਲ ਕੋਈ ਸਾਡੀ ਭਾਵਨਾ ਹੋ ਸਕਦੀ ਹੈ ਬੰਦੇ ਦੀ, ਪਰ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਦਾ ਇਸ ਦੇ ਨਾਲ ਕੋਈ ਵੀ ਸੰਬੰਧ ਨਹੀਂ। ਦੂਜੀ ਗੱਲ, ਬਾਣੀ ਵਿੱਚ ਇੱਕ ਪੰਗਤੀ ਆਉਂਦੀ ਹੈ ਜਿੱਥੇ ਲਿਖਿਆ ਵਾ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਉਹ ਉਦਾਹਰਨ ਦਿੱਤੀ ਹੈ ਗੁਰੂ ਪਾਤਸ਼ਾਹ ਜੀ ਨੇ ਵੀ ਜੇਕਰ ਮਿੱਟੀ ਪਾਣੀ ਮਿਲ ਕੇ ਨਾ ਗੁੰਨੇ ਜਾਣ ਤੇ ਘੜਾ ਨਹੀਂ ਬਣ ਸਕਦਾ, ਤੇ ਉਸ ਮਿੱਟੀ ਪਾਣੀ ਨਾਲ ਗੁੰਨੇ ਹੋਏ ਘੜੇ ਦੇ ਵਿੱਚ ਪਾਣੀ ਨਹੀਂ ਟਿਕ ਸਕਦਾ। ਜੇਕਰ ਪਾਣੀ ਘੜੇ ਦੇ ਵਿੱਚ ਟਿਕਾਉਣਾ ਹੈ ਤਾਂ ਕੁੰਭ ਨੂੰ ਬਣਾਉਣ ਦੇ ਲਈ ਮਿੱਟੀ ਨੂੰ ਪਾਣੀ ਦੇ ਨਾਲ ਹੀ ਗਿੱਲਾ ਕਰਨਾ ਪਵੇਗਾ। ਉਹ ਗਿੱਲੀ ਮਿੱਟੀ ਦਾ ਘੜਾ ਬਣ ਕੇ ਸੁੱਕੇਗਾ, ਪੱਕੇਗਾ, ਫਿਰ ਹੀ ਉਸ ਦੇ ਵਿੱਚ ਪਾਣੀ ਟਿਕੇਗਾ, ਪਾਣੀ ਖੜੇਗਾ। ਕੁੰਭੇ ਬੱਧਾ ਜਲ ਰਹੇ, ਕੁੰਭ ਦੇ ਵਿੱਚ ਬੰਨਿਆ ਹੋਇਆ ਜਲ ਟਿਕ ਜਾਂਦਾ, ਪਰ ਨਾਲ ਹੀ ਕਹਿੰਦੇ ਵੀ ਜਿਹੜਾ ਕੁੰਭ ਹੈ ਉਹ ਜਲ ਤੋਂ ਬਿਨਾਂ ਬਣਦਾ ਨਹੀਂ, ਜਲ ਬਿਨ ਕੁੰਭ ਨਾ ਹੋਏ। ਜਲ ਬਿਨ ਘੜਾ ਨਹੀਂ ਬਣਦਾ, ਕਿਉਂਕਿ ਇਕੱਲੀ ਮਿੱਟੀ ਘੜਾ ਨਹੀਂ ਬਣਾ ਸਕਦੀ, ਆਕਾਰ ਨਹੀਂ ਬਣਾ ਸਕਦੀ। ਸੋ ਖੈਰ, ਹੁਣ ਸਤਿਗੁਰੂ ਕਹਿੰਦੇ ਮੇਰਾ ਸਰੀਰ ਹੀ ਮੇਰੇ ਲਈ ਸਾਰਾ ਕੁਝ ਹੈ, ਇਸ ਤੋਂ ਪਿੱਛੇ ਹੋਰ ਕੁਝ ਵੀ ਨਹੀਂ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਜੋ ਕੁਝ ਵੀ ਬ੍ਰਹਮੰਡ ਦੇ ਵਿੱਚ ਹੈ, ਸੰਸਾਰ ਦੇ ਵਿੱਚ ਹੈ, ਉਹੀ ਇਸ ਪਿੰਡੇ ਦੇ ਵਿੱਚ ਆ, ਉਹੀ ਇਸ ਸਰੀਰ ਦੇ ਵਿੱਚ ਹੈ। ਜੋ ਖੋਜੈ ਸੋ ਪਾਵੇ, ਜਿਹੜਾ ਇਸ ਸਰੀਰ ਨੂੰ ਖੋਜ ਲਵੇਗਾ ਉਹ ਪਾ ਲਵੇਗਾ। ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੇ। ਕਹਿੰਦੇ ਭਗਤ ਪੀਪਾ ਜੀ ਬੇਨਤੀ ਕਰਦਾ ਹੈ, ਪ੍ਰਣਵੈ ਦਾ ਅਰਥ ਹੈ ਬੇਨਤੀ ਕਰਨੀ। ਕਹਿੰਦੇ ਹੇ ਅਕਾਲ ਪੁਰਖ ਪਰਮਾਤਮਾ ਜੀ, ਤੂੰ ਹੀ ਸ੍ਰੇਸ਼ਟ ਤੱਤ ਹੈ, ਸਾਰ ਹੈ। ਇਸ ਕਰਕੇ ਜੋ ਤੂੰ ਜਣਾਉਂਦਾ ਹੈ, ਲਿਖਾਵੇ ਦਾ ਅਰਥ ਹੈ ਜਣਾਉਣਾ। ਕਹਿੰਦੇ ਉਹ ਸਾਰਾ ਕੁਝ ਹੀ ਤੇਰੀ ਬਰਕਤ ਦੇ ਨਾਲ ਹੈ। ਇਹ ਸੰਸਾਰ ਪੈਦਾ ਹੋਇਆ, ਸ੍ਰਿਸ਼ਟੀ ਪੈਦਾ ਹੋਈ ਹੈ, ਇਹਦੇ ਵਿੱਚ ਮੈਂ ਵੀ ਇੱਕ ਕਿਣਕਾ ਜਿਹਾ ਪੈਦਾ ਹੋਇਆ ਹਾਂ। ਤੂੰ ਕਿਰਪਾ ਕਰ ਮੈਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜਦਾ ਹੈ, ਫੇਰ ਹੀ ਇਹ ਜੀਵਨ ਜਿਹੜਾ ਹੈ ਸਫਲਾ ਹੈ, ਸੁਹੇਲਾ ਹੈ। ਸਤਿਗੁਰੂ ਫੇਰ ਹੀ ਕਰਨਗੇ।
ਕਿਰਪਾ ਇਸ ਸਰੀਰ ਦੇ ਉੱਤੇ ਜਦੋਂ ਇਹ ਸਰੀਰ ਵੀ ਉਸ ਮਾਲਕ ਦੇ ਨਾਲ ਜੁੜ ਗਿਆ। ਹੁਣ ਸਤਿਗੁਰੂ ਭਗਤ ਰਵਿਦਾਸ ਜੀ ਵੀ ਸ਼ਬਦ ਵਿੱਚ ਇਹੀ ਸਮਝਾਉਂਦੇ ਨੇ ਵੀ ਨਾਮ ਤੇਰਾ ਜਿਹੜਾ ਹੈ ਉਹ ਦੀਵਾ ਹੈ ਮੇਰੇ ਲਈ, ਨਾਮ ਹੀ ਤੇਰਾ ਆਰਤੀ ਹੈ। ਨਾਮ ਦੇ ਵਿੱਚ ਹੀ ਮੈਂ ਆਸਣ ਲਾਉਂਦਾ ਹਾਂ, ਨਾਮ ਦੇ ਵਿੱਚ ਹੀ ਉਰਸਾ ਹੈ, ਨਾਮ ਹੀ ਕੇਸਰੋ ਹੈ, ਸਾਰਾ ਕੁਝ ਨਾਮ ਹੀ ਹੈ। ਨਾਮ ਤੇਰੋ ਆਰਤੀ ਮੱਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਨਾਮ ਤੇਰੋ ਆਸਨੋ, ਨਾਮ ਤੇਰੋ ਉਰਸਾ, ਨਾਮ ਤੇਰਾ ਕੇਸਰੋ ਲੈ ਛਟਕਾਰੇ। ਨਾਮ ਤੇਰਾ ਅੰਬੁਲਾ, ਨਾਮ ਤੇਰੋ ਚੰਦਨੋ, ਘਸ ਜਪੇ ਨਾਮ ਲੈ ਤੁਝੇ ਕੋ ਚਾਰੇ। ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਲੈ ਮਾਹੇ ਪਸਾਰੇ। ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ ਭਵਨ ਸਗਲਾਰੇ। ਜਦੋਂ ਇਸ ਸਰੀਰ ਦੇ ਵਿੱਚ ਨਾਮ ਦੀ ਜੋਤ ਜਗ ਪਈ ਫਿਰ ਚਾਨਣ ਹੋ ਜਾਵੇਗਾ। ਸਤਿਗੁਰੂ ਫਿਰ ਕਿਰਪਾ ਕਰ ਦੇਣਗੇ, ਸਾਡੇ ਉੱਤੇ ਵੀ ਰਹਿਮਤਾਂ ਕਰ ਦੇਣਗੇ। ਤੇਰੋ ਕੀਆ ਤੁਝੇ ਕਿਆ ਅਰਪਣ। ਸਤਿਗੁਰੂ ਕਹਿੰਦੇ ਜਿਹੜਾ ਕੁਛ ਤੇਰਾ ਪੈਦਾ ਕੀਤਾ ਉਹਦੇ ਵਿੱਚੋਂ ਮੈਂ ਤੈਨੂੰ ਕੀ ਅਰਪਣ ਕਰ ਸਕਦਾ ਹਾਂ। ਨਾਮ ਤੇਰਾ ਤੂੰ ਹੀ ਚਬਰ ਢੁਲਾਰੇ, ਤੂੰ ਹੀ ਸਾਰਾ ਕੁਝ ਹੈ ਦਾਤਾ ਜੀ। ਫਿਰ ਹੀ ਸਤਿਗੁਰੂ ਕਿਰਪਾ ਕਰਨਗੇ ਜਦੋਂ ਉਹ ਸਤਿਗੁਰੂ ਸਾਡੇ ਲਈ ਸਾਰਾ ਕੁਝ ਬਣ ਗਿਆ। ਇੱਥੇ ਵਿਚਾਰ ਦੀ ਸਮਾਪਤੀ। ਸਤਿਗੁਰੂ ਕਿਰਪਾ ਕਰਨ ਇਹਨਾਂ ਵਿਚਾਰਾਂ ਦੇ ਨਾਲ ਜੁੜ ਕੇ ਅਸੀਂ ਵੀ ਆਪਣਾ ਜਿਹੜਾ ਜੀਵਨ ਹੈ ਉਹ ਸਫਲਾ ਬਣਾ ਲਈਏ। ਫਿਰ ਹੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ